ਅਸੀਂ ਗੁਰੂ ਸਾਹਿਬ ਦੇ ਉੱਤੇ ਜੰਗਾਂ ਯੁੱਧਾਂ ਦੇ ਵਿੱਚ ਕੌਮ ਦੇ ਲਹੂ ਨੂੰ ਉਬਾਲੇ ਦੇਣ ਵਾਲੇ ਬੁਲਾਰੇ ਤੇ ਅਸੀਂ ਉੱਠ ਕੇ ਖੜੇ ਹੋ ਜਾਈਏ ਕਿਸੇ ਵਿਅਕਤੀ ਦੇ ਆਏ ਤੇ ਸਾਰੀ ਸੰਗਤ ਸਹਿਮਤ ਹੋ ਮੇਰੇ ਨਾਲ। ਇੱਕ ਪ੍ਰਸੰਗ ਵੀ ਸੁਣਾ ਦੇਣਾ ਨਾਲ। ਪ੍ਰਸੰਗ ਜਦੋਂ ਕਿਤੇ ਪ੍ਰੋਗਰਾਮ ਤੇ ਸਦੋਗੇ ਫਿਰ ਸੁਣਾਵਾਂਗੇ। ਤੇ ਅਗਲੀ ਗੱਲ, ਕਈ ਗੱਲਾਂ ਬੁਲਾਰਿਆਂ ਤੋਂ ਬਹੁਤ ਵਧੀਆ ਮਿਲਦੀਆਂ ਨੇ। ਜਿਵੇਂ ਪ੍ਰੈਣ ਸਾਹਿਬ ਨੇ ਇੱਕ ਗੱਲ ਕਹੀ ਹੈ ਤੇ ਉਹ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ। ਜੇ ਆਪਾਂ ਫੋੜੇ ਦੇ ਉੱਤੇ ਰੇਸ਼ਮੀ ਪੱਟੀ ਬੰਨ੍ਹ ਦਈਏ ਤੇ ਆਪਾਂ ਸਾਰੇ ਕਹੀ ਜਾਈਏ ਵੀ ਫੋੜਾ ਤਾਂ ਹਟ ਗਿਆ, ਪਰ ਜਿਹਦੇ ਚੀਸਾਂ ਪੈਂਦੀਆਂ ਨੇ ਉਹਨੂੰ ਪਤਾ ਹੁੰਦਾ ਵੀ ਹਟ ਗਿਆ ਜਾਂ ਅਜੇ ਹੈਗਾ। ਸੋ ਪ੍ਰੈਣ ਸਾਹਿਬ ਦੀ ਗੱਲ ਹੈ ਜਿਹੜੀ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ। ਇਹਦੇ ਤੇ ਪਹਿਰਾ ਵੀ ਦੇਵਾਂਗੇ ਕਿਉਂਕਿ ਆਪਾਂ ਇੱਥੇ 190 ਮੈਂਬਰ ਬੈਠੇ ਆ, ਹਾਊਸ ਬੈਠਾ ਆਪਣਾ। ਬਹੁਤ ਸਿਆਣੇ ਹੋ ਤੁਸੀਂ, ਲੱਖਾਂ ਵੋਟਾਂ ਨਾਲ ਬਣ ਕੇ ਆਏ ਹੋ। ਕੱਲਾ ਕੱਲਾ ਆਪਣੇ ਹਲਕੇ ਦੀ ਨੁਮਾਇੰਦਗੀ ਕਰਦਾ ਤੇ 3 ਕਰੋੜ ਪੰਜਾਬ ਦੀ ਆਬਾਦੀ ਆ ਤੇ ਉਹ ਜਿਹੜੀ 3 ਕਰੋੜ ਆਬਾਦੀ ਆ ਉਹਨਾਂ ਨੂੰ ਇਹਦੇ ਬਾਰੇ ਅਵੇਅਰਨੈਸ ਨਹੀਂ ਹੈਗੀ ਲੋਕਾਂ ਨੂੰ। ਕਿਉਂਕਿ ਜਦੋਂ ਫੈਂਸੀ ਆ, ਜੇ ਫੈਂਸੀ ਨੂੰ ਵਧਣ ਦਿੱਤਾ ਜਾਵੇ ਉਹ ਫੋੜਾ ਬਣ ਜੇ, ਨਸੂਰ ਬਣ ਜੇ, ਫਿਰ ਨਸ਼ਤਰ ਫੇਰਨਾ ਪੈਂਦਾ, ਫਿਰ ਉਹ ਵੱਡਾ ਇਲਾਜ ਕਰਨਾ ਪੈਂਦਾ। ਸੋ ਆਪਾਂ ਨੂੰ ਇਹ ਗੱਲ ਘਰ ਘਰ ਪਹੁੰਚਾਉਣੀ ਚਾਹੀਦੀ ਆ। ਲੋਕ ਬਹਿਸ ਕਰਨ, ਲੋਕਾਂ ਦੇ ਸਾਹਮਣੇ ਜਦੋਂ ਕੋਈ ਚੈਨਲ ਵਾਲਾ ਪੁੱਛੇ ਬਈ ਕੀ ਕਿਸੇ ਮੁੱਖ ਮੰਤਰੀ ਨੂੰ ਜਾਂ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਨੂੰ ਅਧਿਕਾਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਐਕਟ 1925 ਦੇ ਵਿੱਚ ਕੋਈ ਅਮੈਂਡਮੈਂਟ ਕਰਦਾ, ਲੋਕ ਜਵਾਬ ਦੇਣ। ਸੋ ਹੁਣ ਆਪਾਂ ਜਵਾਬ ਦਿੰਦੇ ਹਾਂ। ਇਹ ਗੱਲ ਨੋਟ ਕਰੋ, ਲੋਕਾਂ ਨੂੰ ਇਹਦੇ ਬਾਰੇ ਅਵੇਅਰ ਕਰੋ। ਹੁਣ ਵੀ ਅਸੀਂ ਵੀਡੀਓ ਪਾਈਆਂ ਨੇ ਕਿਉਂਕਿ ਵੀਡੀਓ ਪ੍ਰਧਾਨ ਸਾਹਿਬ ਜੀ ਤੁਹਾਨੂੰ ਅਸੀਂ ਭੇਜੀਆਂ ਨੇ ਬੋਲ ਬੋਲ ਕੇ। ਉੱਥੇ ਅਸੀਂ ਇਸ ਗੱਲ ਤੇ ਜ਼ੋਰ ਦਿੱਤਾ ਬਈ ਲੱਖ ਮਤਭੇਦ ਹੋਣ, ਕਿਉਂਕਿ ਬੈਂਸ ਸਾਹਿਬ ਵੀ ਬੜੇ ਸਿਆਣੇ ਨੇ, ਬਹੁਤ ਵਧੀਆ ਗੱਲਾਂ ਕਹਿ ਕੇ ਗਏ ਨੇ। ਸਾਡੇ ਲੱਖ ਮਤਭੇਦ ਹੋਣ ਪਰ ਅਸੀਂ ਇਤਿਹਾਸ ਤੇ, ਸਿੱਖੀ ਤੇ, ਆਪਦੀ ਰਹਿਤ ਤੇ, ਆਪਦੇ ਕੀਰਤਨ ਤੇ ਆਪਦੇ ਗੁਰਦੁਆਰਾ ਐਕਟ 1925 ਤੇ ਅਤੇ ਚੈਨਲ ਅਸੀਂ ਕਿਹੜਾ ਚਲਾਉਣਾ ਇਹ ਸੰਗਤ ਫੈਸਲਾ ਕਰੂਗੀ। ਪ੍ਰਧਾਨ ਸਾਹਿਬ ਤਾਂ ਸੰਗਤ ਦੇ ਸੇਵਾਦਾਰ ਨੇ, ਪਰ ਇਹ ਭਗਵੰਤ ਮਾਨ ਕੌਣ ਹੁੰਦਾ ਸਾਨੂੰ ਚੈਨਲ ਬਾਰੇ ਫੈਸਲਾ ਕਰਨ ਵਾਲਾ ਵੀ ਚੈਨਲ ਕਿਹੜਾ ਚਲਾਉਣਾ। ਸੋ ਇੱਕ ਤਾਂ ਅਸੀਂ ਇਹ ਰੱਦ ਕਰਦੇ ਹਾਂ ਕਿ ਸਾਡੇ ਕੀਰਤਨੀਆਂ ਬਾਰੇ ਕੱਲ ਤੋਂ ਬਾਅਦ ਕੋਈ ਬੋਲੀ ਇਹੋ ਜਿਹੀ ਨਾ ਬੋਲੀ ਜਾਵੇ, ਘਟੀਆ ਬੋਲੀ ਨਾ ਬੋਲੀ ਜਾਵੇ। ਤੇ ਦੂਜੀ ਗੱਲ, ਇਹਨੇ ਜਿਹੜਾ ਮਤਾ ਪਾਸ ਕੀਤਾ ਉਹਨੂੰ ਮੈਂ ਵੀ, ਜਿਵੇਂ ਹੋਰ ਸਾਰੇ ਹਾਊਸ ਨੇ ਮਤਾ ਪਾਸ ਕਰਕੇ ਉਹਨੂੰ ਰੱਦ ਕੀਤਾ, ਮੈਂ ਵੀ ਰੱਦ ਕਰਦਾ। ਸੋ ਇੰਨੀਆਂ ਕੁ ਬੇਨਤੀਆਂ ਦੇ ਨਾਲ, ਕਿਉਂਕਿ ਸਮਾਂ ਘੱਟ ਆ, ਬਹੁਤ ਵਿਚਾਰਾਂ ਕਿਤੇ ਫੇਰ ਮੌਕਾ ਮਿਲਦਾ ਤਾਂ ਉਹ ਵੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਇੱਥੇ ਕਾਜਾ ਹੋਰੇ ਤੂੰ ਵੀ ਦਿਸ਼ਾ ਪੂਰਾ ਕਰ ਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂਬਰ ਸਾਹਿਬ ਨੂੰ ਬੇਨਤੀ ਹੈ ਕਿ ਸਮੇਂ ਦਾ ਖਿਆਲ ਰੱਖਣ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਬਲਦੇਵ ਸਿੰਘ ਜੀ ਚੁੰਗਾ, ਮੈਂਬਰ ਸ਼੍ਰੋਮਣੀ ਕਮੇਟੀ, ਉਹ ਆਪਣੇ ਵਿਚਾਰ ਸਾਂਝੇ ਕਰਨ। ਕਾਲੋਂ ਸਾਹਿਬ ਦੇ ਕਲਾਰ ਸਾਹਿਬ ਕਹਿੰਦੇ ਬੋਲਣਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਸਤਿਕਾਰਯੋਗ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਸਾਰੇ ਮੈਂਬਰ ਸਾਹਿਬਾਨ, ਮੇਰੀ ਸਾਰਿਆਂ ਨੂੰ ਯਾਰ ਬੇਨਤੀ ਆ, ਲੜ ਲੁੜ ਕੇ ਟਾਈਮ ਲਿਆ। ਇੱਕ ਤਾਂ 2 ਮਿੰਟ ਦਾ ਸਮਾਂ ਦੇ ਪ੍ਰਤਾਪ ਸਿੰਘ, ਬੈਠ ਜਾ ਯਾਰ, ਫਿਰ ਤੂੰ ਹੱਥ ਲਾਏਗਾ ਫਿਰ ਮੈਂ ਹਟਣਾ ਨਹੀਂ। ਮੈਂ ਸਾਰਿਆਂ ਨੂੰ ਪਹਿਲਾਂ ਫਤਿਹ ਬੁਲਾਉਣਾ, ਧਿਆਨ ਇੱਧਰ ਕਰੋ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਧੰਨਵਾਦ ਕਰਦਾ ਵੀ 17 ਸਾਲਾਂ ਬਾਅਦ ਇਸ ਡੈਸਕ ਦੇ ਉੱਤੇ ਉਹਨੇ ਖੜਾ ਹੋਣ ਦੀ ਉਦਮ ਬਖਸ਼ਿਆ। ਮੈਂ ਸਤਿਗੁਰੂ ਦੇ ਅੱਗੇ ਕੋਟ ਕੋਟ ਨਮਸਕਾਰ ਕਰਦਾ। ਫਿਰ ਮੈਂ ਪ੍ਰਧਾਨ ਸਾਹਿਬ ਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਨਾ ਚਾਹੁੰਦੇ ਹੋਏ ਵੀ ਸਮਾਂ ਦੇ ਦਿੱਤਾ, ਇਹਨਾਂ ਦਾ ਵੀ ਧੰਨਵਾਦ ਹੈ। ਮੈਂ ਜਿਹੜੀ ਤੁਸੀਂ ਜਿੰਨਾ ਬੋਲੇ ਹੋ, ਮੈਂ ਕਿਸੇ ਸੱਜਣ ਦੀ ਇਸ ਗੱਲ ਨੂੰ ਘਟਾ ਵਧਾ ਕੇ ਨਹੀਂ ਕਹਿੰਦਾ ਵੀ ਉਹਨੇ ਵਧੀਆ ਬੋਲਿਆ, ਉਹਨੇ ਐਂ ਬੋਲਿਆ। ਤੁਸੀਂ ਬਹੁਤ ਵਧੀਆ ਬੋਲਿਆ, ਇਹਦੇ ਵਾਸਤੇ ਸਾਰੀ ਤੁਹਾਡੇ ਬੋਲੇ ਦੀ ਮੈਂ ਪ੍ਰੋੜਤਾ ਕਰਦਾ। ਇਹੀ ਕੁਛ ਬੋਲਣਾ ਬਣਦਾ ਸੀ। ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਹੈ ਕਿ ਮੈਂ ਜੇ ਸੱਚ ਬੋਲਿਆ, ਮਹਾਰਾਜ ਕਹਿੰਦੇ ਜੇ ਕੋਈ ਬੋਲੇ ਸੱਚ ਕੂੜਾ ਜਲ ਜਾ ਬਈ। ਯਾਰ ਤਕਲੀਫ ਹੋ ਗਈ, ਬਹੁਤ ਨੂੰ ਹੋਈ, ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਕਹਿੰਦਾ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਖੜ ਕੇ, ਮੈਂ ਅਕਾਲੀ ਹਾਂ, ਮੈਂ ਅਕਾਲੀ ਦਲ ਨਹੀਂ ਛੱਡਿਆ, ਮੈਂ ਅਕਾਲੀ ਦਲ ਤੋਂ ਬਿਨਾਂ ਕਿਸੇ ਪਾਰਟੀ ਨਾਲ ਕੋਈ ਗੱਲ ਨਹੀਂ ਕੀਤੀ। ਮੈਂ ਜੇ ਕੋਈ ਗਲਤ ਗੱਲ ਕਹਿੰਦਾ, ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਤੁਹਾਡੇ ਰੱਬ ਵਰਗੇ ਲੋਕਾਂ 'ਚ ਖੜਾ, ਮੈਂ ਕਦੇ ਗੱਲ ਨਹੀਂ ਕੀਤੀ। ਹੁਣ ਮੈਂ ਵੀਡੀਓ ਪਾਉਣਾ, ਪ੍ਰਧਾਨ ਸਾਹਿਬ ਕਹਿੰਦੇ ਤੂੰ ਵੀਡੀਓ 'ਚ ਉਲਟ ਬੋਲਦਾ ਸੀ। ਮੈਨੂੰ ਦੱਸਣਾ ਚਾਹੀਦਾ ਇਹ ਗੱਲ ਵੀ ਕੀ ਹੁੰਦਾ ਸੀ, ਮੈਨੂੰ ਸਮਾਂ ਕਿਉਂ ਨਹੀਂ ਸੀ ਮਿਲਦਾ। ਕਲੀਅਰ ਹੋ ਗਈ ਗੱਲ ਸਰ। ਮੈਂ ਉਹਦੇ 'ਚ ਇਹ ਗੱਲ ਕਹੀ ਸੀ ਬਈ ਭਗਵੰਤ ਮਾਨ ਅੱਗ ਨਾਲ ਖੇਡਦਾ ਹੈ, ਪਰ ਮੈਂ ਨਾਲ ਇਹ ਵੀ ਗੱਲ ਕਹੀ ਸੀ ਵੀ ਹਾਲਾਤ ਕਿਉਂ ਪੈਦਾ ਹੋ ਗਏ, ਕਿੱਥੇ ਕਿੱਥੇ ਗਲਤੀਆਂ ਹੋਈਆਂ, ਕਿਉਂ ਪੈਦਾ ਹੋ ਗਈ ਗੱਲ।
ਸਰ ਅਜਲਾਸ ਬੁਲਾਇਆ, ਤੁਹਾਡਾ ਧੰਨਵਾਦ। ਸਭ ਤੋਂ ਪਹਿਲਾਂ ਮੈਂ ਸੰਤ ਬਲਵੀਰ ਸਿੰਘ ਕੁੰਦਸ ਮੇਰੇ ਨਾਲ ਆ, ਉਹਨਾਂ ਨੇ ਮੈਨੂੰ ਸਮਾਂ ਲੈ ਕੇ ਦਿੱਤਾ। ਅਸੀਂ ਇਸ ਗੱਲ ਦਾ ਪੁਰਜ਼ੋਰ ਇਸ ਗੱਲ ਨੂੰ ਕੰਡੈਮ ਕਰਦੇ ਹਾਂ ਕਿ ਭਗਵੰਤ ਮਾਨ ਸਰਕਾਰ ਨੇ ਇੱਕ ਬਹੁਤ ਜ਼ਿਆਦਾ ਗਲਤ ਕੰਮ ਕੀਤਾ। ਇਹ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ। ਤੁਸੀਂ ਸਾਰੇ ਉਹਨੂੰ ਯਾਰ ਸਿੱਖੀ ਦਾ ਪਾਠ ਪੜ੍ਹਾਉਂਦੇ ਹੋ। ਜਿਹੜਾ ਬੰਦਾ ਜਿਸ ਦਿਨ ਪੰਜਾਬ ਦਾ ਚੀਫ ਮਿਨਿਸਟਰ ਬਣਿਆ ਉਸ ਦਿਨ ਮੈਂ ਉਹਨਾਂ ਦੋ ਸੱਜਣਾਂ ਦੇ ਜਿਨ੍ਹਾਂ ਦਾ ਨਾਂ ਲੈਣਾ, ਮੈਂ ਉਹਨਾਂ ਨੂੰ ਸਤ ਨਮਸਕਾਰ ਕਰਦਾ, ਮੈਂ ਉਹਨਾਂ ਦੀ ਇੱਜ਼ਤ ਕਰਦਾ, ਮੈਂ ਉਹਨਾਂ ਨੂੰ ਘਟਾ ਕੇ ਨਹੀਂ ਦੇਖਦਾ। ਪਰ ਗੱਲ ਤੁਹਾਨੂੰ ਦੱਸਣ ਵਾਸਤੇ ਉਹ ਗੱਲ ਕਰਨੀ ਜ਼ਰੂਰੀ ਹੈ। ਉਹਨਾਂ ਨੇ ਦੋ ਬੰਦਿਆਂ ਦੀ ਗੱਲ ਕੀਤੀ ਹਮੇਸ਼ਾ, ਸਰਦਾਰ ਭਗਤ ਸਿੰਘ ਦੀ ਜਿਹਨੂੰ ਸਾਰੇ ਲੋਕ ਇੱਜ਼ਤ ਦਿੰਦੇ ਨੇ, ਉਹਨਾਂ ਨੇ ਡਾਕਟਰ ਸਾਹਿਬ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕੀਤੀ, ਉਹਨਾਂ ਨੂੰ ਅਸੀਂ ਸਾਰੇ ਇੱਜ਼ਤ ਕਰਦੇ ਹਾਂ। ਪਰ ਅੱਜ ਤੱਕ ਕੋਈ ਬੰਦਾ ਤੁਹਾਡੇ ਜੋ ਦੱਸੇ ਵੀ ਉਹਨੇ ਗੁਰੂ ਗੋਬਿੰਦ ਸਿੰਘ ਦੀ ਗੱਲ ਕੀਤੀ, ਉਹਨੇ ਗੁਰੂ ਨਾਨਕ ਦੀ ਗੱਲ ਕੀਤੀ। ਉਹਨੂੰ ਜਦੋਂ ਕਿਹਾ ਗਿਆ ਵੀ ਇੱਥੇ ਤਸਵੀਰ ਲੱਗੀ ਹੁੰਦੀ ਸੀ ਮਹਾਰਾਜਾ ਰਣਜੀਤ ਸਿੰਘ ਦੀ, ਫਿਰ ਉਸ ਬੰਦੇ ਨੇ ਆਪਣੇ ਪਿੱਛੇ ਤਸਵੀਰ ਲਾਈ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ। ਉਹ ਬੰਦੇ ਨੂੰ ਅਸੀਂ ਸਿੱਖੀ ਦਾ ਪਾਠ ਪੜ੍ਹਾਉਂਦੇ ਹਾਂ। ਯਾਰ ਇੱਥੇ ਇਜਲਾਸ ਹੁੰਦੇ ਰਹੇ 17 ਸਾਲ ਹੋ ਗਏ ਸਾਨੂੰ ਇਹ ਗੱਲਾਂ ਦੇਖਦਿਆਂ ਨੂੰ। ਏਜੰਡੇ ਤੇ ਆਈਏ ਸਾਹਿਬ, ਏਜੰਡਾ ਹੀ ਹੈ ਜੀ ਇਹ। ਇੱਥੇ ਬਲਦੇਵ ਮਾਨ ਦੀ ਗੱਲ ਨਹੀਂ, ਇੱਥੇ ਆ ਸਾਰਿਆਂ ਨੇ ਬਲਦੇਵ ਮਾਨ ਨਹੀਂ ਹੈਗਾ ਜੀ, ਮੈਂ ਬਲਦੇਵ ਸਿੰਘ ਚੁੰਗਾ। ਤੇ ਇਹ ਮੇਰੀ ਬੇਨਤੀ ਆ ਵੀ ਉਹ ਜਿਹੜੇ ਸਾਡੇ ਇਜਲਾਸ ਹੁੰਦੇ ਰਹੇ ਉਹਨਾਂ ਦੇ ਵਿੱਚ ਯਾਰ ਅਸੀਂ ਪਾਸ ਕਰਦੇ ਰਹੇ, ਪਰ ਉਹ ਠੀਕ ਨਾ ਹੋਇਆ। ਬਲਦੇਵ ਸਿੰਘ ਜੇ ਉਹ ਇਧਰ ਨੂੰ ਗੱਲ ਸੁਣ, ਤੈਨੂੰ ਸੋਲੇ ਗਾਉਣ ਲਈ ਨਹੀਂ ਕਿਹਾ, ਸਾਰਾ ਹਾਊਸ ਇਮਾਨਦਾਰ ਨੇ, ਹੋਨੈਸਟ ਨੇ, ਪਰ ਇਹ ਪਤਾ ਨਹੀਂ ਕਿਉਂ ਕੀ ਗੱਲ ਆ ਵੀ ਇੰਨੇ ਅਸੀਂ ਡਰ ਕਿਉਂ ਗਏ ਨੇ, ਅਸੀਂ ਕਮਜ਼ੋਰ ਕਿਉਂ ਹੋ ਗਏ ਆ। ਪਰ ਇੱਕ ਗੱਲ ਯਾਦ ਰੱਖਿਓ, ਇੱਕੋ ਗੱਲ ਕਹਿ ਕੇ ਸਮਾਪਤ ਕਰ ਦੂੰ, ਇਹ ਲੋਕ 92 ਬੰਦੇ ਲੈ ਕੇ ਆਪਾਂ ਨੂੰ ਮਾਰ ਰਹੇ ਨੇ। ਅੱਜ ਆਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁੱਖ ਹੋਊ ਸਾਨੂੰ, ਮੌਤ ਹੋਊ ਸਾਡੀ, ਕਿ ਲੋਕ ਸਾਡੇ ਇੰਨੇ ਵਰਖਲਾਫ ਹੋ ਗਏ ਵੀ ਉਹ ਲੋਕ ਜਿਨ੍ਹਾਂ ਨੂੰ ਧਰਮ ਦਾ ਊੜਾ ਆੜਾ ਵੀ ਨਹੀਂ ਆਉਣਾ ਉਹ ਲੋਕ ਆਉਣਗੇ। ਸੋ ਉਹਦਾ ਧਿਆਨ ਕਰੋ। ਮੈਂ ਮਾਫੀ ਮੰਗਦਾ, ਬਹੁਤ ਧੰਨਵਾਦ ਜੀ। ਇਹਨਾਂ ਨੂੰ ਮੇਰੀ ਗੱਲ ਮੈਨੂੰ ਪਤਾ ਸੀ ਪਸੰਦ ਨਹੀਂ ਆਉਣੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਦਾ ਮੰਨ ਲਓ ਯਾਰ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਜੀ ਸਰਦਾਰ ਬਲਦੇਵ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਰਣਜੀਤ ਸਿੰਘ ਜੀ ਕਾਲੋ, ਮੈਂਬਰ ਸ਼੍ਰੋਮਣੀ ਕਮੇਟੀ, ਮੈਂਬਰ ਸਾਹਿਬ ਨੂੰ ਬੇਨਤੀ ਹੈ ਕਿ ਸਮੇਂ ਦਾ ਖਿਆਲ ਰੱਖਣ। ਸਰਦਾਰ ਰਣਜੀਤ ਸਿੰਘ ਜੀ ਕਾਲੋ। ਬੀਬੀ ਹੁਣ ਵਿਊ ਰੱਖਣੇ ਆਪਣੇ, ਬੀਬੀ ਹੁਣ ਵੀ ਆਪਣੇ ਰੱਖਣੇ। ਸ਼ਬਦ ਗੁਰੂ ਜਾਗਦੀ ਜੋਤ, ਦਸਾਂ ਪਾਤਸ਼ਾਹਾਂ ਦਾ ਸਰੂਪ, ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ, ਜਥੇਦਾਰ ਸੁਲਤਾਨ ਸਿੰਘ ਜੀ ਕੇਸਗੜ੍ਹ ਸਾਹਿਬ, ਪਰ ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਜੀ ਤੇ ਬੀਬੀ ਜਗੀਰ ਕੌਰ ਜੀ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਸਾਰੇ, ਮੈਂ ਸਾਰਿਆਂ ਨੂੰ ਪਹਿਲਾਂ ਗੁਰੂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਆ ਕਿ ਬਹੁਤ ਕੁਛ ਕਿਹਾ ਗਿਆ, ਮੈਂ ਸਾਰਿਆਂ ਦਾ ਸਤਿਕਾਰ ਪਹਿਲਾਂ ਵਧਾਈ ਦਿੰਦਾ ਕਿ ਸਾਰੇ ਹਾਊਸ ਨੇ ਇੱਕ ਮਨ ਹੋ ਕੇ, ਇੱਕ ਹੋ ਕੇ ਸਾਰਿਆਂ ਨੇ ਇਹਦੀ ਵਿਰੋਧਤਾ ਕੀਤੀ। ਜਿਹੜਾ ਸਾਡਾ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਸਰਕਾਰ ਦੇ ਰਹੀ ਆ। ਮੇਰੇ ਬਹੁਤ ਹੀ ਸਤਿਕਾਰਯੋਗ ਭੈਣ ਜੀਆਂ, ਬੀਬੀਆਂ, ਔਰ ਬੀਬੀ ਨੇ ਕਿਹਾ ਸੀ ਕਿ ਨਾ ਉਹ ਸਿੱਖ, ਨਾ ਉਹਦੇ ਕੇਸ, ਨਾ ਉਹਦੇ ਦਾੜੀ, ਜੇ ਸਭ ਤੋਂ ਜ਼ਿਆਦਾ ਪਿਆਰੀ ਮਾਂ ਹੁੰਦੀ ਆ। ਜਿਹੜਾ ਬੰਦਾ ਮਾਂ ਦੀ ਸਹੁੰ ਖਾ ਕੇ ਇਹ ਨਸ਼ਾ ਨਹੀਂ ਛੱਡ ਸਕਦਾ, ਪਹਿਲਾਂ ਤਾਂ ਰਾਤ ਨੂੰ ਰੱਜ ਕੇ ਸ਼ਰਾਬ ਪੀਂਦਾ, ਸਵੇਰ ਨੂੰ ਐਡੀ ਵੱਡੀ ਗੋਲੀ ਖਾਂਦਾ, ਇਹ ਕਾਲੀ ਜੀ ਕੋਈ, ਤਾਂ ਉਹ ਬੰਦੇ ਨੇ ਕੀ ਫੈਸਲੇ ਕਰਨੇ ਸਾਡੇ ਪੰਜਾਬ, ਸਾਡੇ ਸਿੱਖੀ ਦੇ ਵਿੱਚ ਕਿਉਂ ਤੇਰਿਆ। ਮੈਂ ਇੱਕੋ ਬੇਨਤੀ ਕਰਨੀ ਆ ਕਿ ਜਦੋਂ ਜਦੋਂ ਵੀ ਸਿੱਖਾਂ ਦੇ ਭੀੜ ਪਈ ਆ, ਉਦੋਂ ਅੱਗੇ ਮਿਸਲਾਂ ਹੁੰਦੀਆਂ ਸੀ, ਤੇ ਜਦੋਂ ਬਦਾਲੀ ਸੰਕੋਚ ਲਈ ਵਿਚਾਰਾਂ ਨੂੰ ਚਲੋ ਏਜੰਡੇ ਤੇ ਆਈਏ, ਏਜੰਡੇ ਤੇ ਆਈਏ, ਚਲੋ ਕੋਈ ਮੈਂ ਸਰਦਾਰ ਬਰਾਜ ਸਾਹਿਬ ਨੇ ਜਿਹੜੀ ਗੱਲ ਕੀਤੀ ਸੀ ਕਿ ਕੱਲ ਨੂੰ ਇੱਥੇ ਸਿੰਘ ਸਾਹਿਬ ਵੀ ਉੱਥੋਂ ਕੋਈ ਲੱਲੀ ਫੱਲੀ ਕੋਈ ਹੋਰ ਇੱਦਾਂ ਦਾ ਲਾ ਦੇਣਗੇ। ਇਹ ਸਰਕਾਰਾਂ ਨੇ ਜਿਹੜਾ ਸਾਡੇ ਵਿੱਚ, ਮੈਂ ਇੱਕ ਬੇਨਤੀ ਕਰੂੰਗਾ ਨਿਮਾਣਾ ਹੋ ਕੇ ਸਿੰਘ ਸਾਹਿਬ ਨੂੰ ਕਿ ਬਹੁਤ, ਮੈਂ ਜਦੋਂ ਵੀ ਕਿਤੇ ਹਿੰਦੁਸਤਾਨ ਤੇ ਭੀੜ ਪੈਂਦੀ ਸੀ, ਪੰਜਾਬ ਤੇ ਭੀੜ ਪੈਂਦੀ ਤਾਂ ਮਿਸਲਾਂ ਹੁੰਦੀਆਂ ਸੀ, ਮਿਸਲਾਂ ਦਾ ਆਪਸ ਵਿੱਚ ਵੀ ਇੱਕ ਦੂਜੇ ਨਾਲ ਲੜਦੀਆਂ ਵੀ ਸੀ, ਪਰ ਜਦੋਂ ਭੀੜ ਪੈਂਦੀ ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸੀ ਤੇ ਅਬਦਾਲੀ ਵਰਗੇ ਦਾ ਮੂੰਹ ਮੋੜ ਦਿੰਦੀਆਂ ਸੀ
ਤੇ ਭਗਵੰਤ ਮਾਨ ਤਾਂ ਹੈ ਹੀ ਕੁਛ ਨਹੀਂ, ਇਹ ਕਿਹੜੇ ਬਾਗ ਦੀ ਮੂਲੀ ਆ। ਸੋ ਮੈਂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਆ, ਇੱਕ ਨਿਮਾਣਾ ਇਨਸਾਨ ਹੋਣ ਦੇ ਨਾਤੇ, ਸਿੱਖ ਤਾਂ ਬਹੁਤ ਦੂਰ ਦੀ ਗੱਲ ਹੈ, ਸਿੱਖ ਬਣਨਾ ਬਹੁਤ ਔਖਾ। ਸਿੰਘ ਸਾਹਿਬ ਜਿੰਨੀਆਂ ਜਥੇਬੰਦੀਆਂ, ਜਿੰਨੀਆਂ ਸੰਤ ਸਮਾਜ, ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ, ਬਾਕੀ ਸਾਰਿਆਂ ਦਾ ਇਕੱਠ ਕਰਕੇ ਤੁਸੀਂ ਆਪਣੇ ਵੱਲੋਂ ਹੁਕਮ ਕਰਕੇ ਅਕਾਲ ਤਖਤ ਤੇ ਸੱਦ ਕੇ ਜਾਂ ਕਿਤੇ ਹੋਰ ਜਿੱਥੇ ਵੀ ਤੁਹਾਡੀ ਮਰਜ਼ੀ ਆ, ਮਰਜ਼ੀ ਕੇਸਗੜ੍ਹ ਸਾਹਿਬ ਸੱਦ ਲਓ, ਮਰਜ਼ੀ ਦਰਬਾਰ ਇੱਥੇ ਆਪਣੇ ਅਕਾਲ ਤਖਤ ਸਾਹਿਬ ਤੇ ਸੱਦ ਲਓ, ਸੱਦ ਕੇ ਸਾਰਿਆਂ ਨੂੰ ਤੁਸੀਂ ਹੁਕਮ ਲਾਓ ਕਿ ਇਸ ਬੰਦੇ ਦਾ ਜਿਹੜਾ ਬਾਈਕਾਟ ਕੀਤਾ ਜਾਵੇ, ਜਿਹਨੇ ਗੁਰੂ ਨਾਲ ਮੱਥਾ ਲਾਇਆ, ਚਾਹੇ ਅਬਦਾਲੀ ਨੇ ਲਾਇਆ, ਚਾਹੇ ਰੰਗੜ ਮੱਸੇ ਨੇ ਲਾਇਆ, ਤੇ ਉਹਨਾਂ ਨੇ ਜੋ ਜਿੱਥੇ ਹੋਏ ਸੀ, ਇਹ ਤਾਂ ਹੈ ਹੀ ਕੁਛ ਨਹੀਂਗਾ। ਸੋ ਮੈਂ ਬਹੁਤੀਆਂ ਬੇਨਤੀਆਂ ਨਹੀਂ, ਇਹੋ ਹੀ ਬੇਨਤੀ ਕਰਨੀ ਚਾਹੁੰਦਾ ਕਿ ਸਿੰਘ ਸਾਹਿਬ ਹੁਣ ਤੁਹਾਡੇ ਹੱਥ ਵਿੱਚ ਡੋਰ ਆ, ਤੁਸੀਂ ਹੁਣ ਇਸ ਲਈ ਇਸ ਪੰਥ ਦੀ ਜਿਹੜੀ ਘੜੀ ਆ, ਜਿਸ ਤਰ੍ਹਾਂ ਸਾਰਿਆਂ ਨੇ ਇਕੱਠ ਦਿਖਾਇਆ, ਮੈਂ ਸਾਰਿਆਂ ਨੂੰ ਵਧਾਈ ਦਿੰਦਾ, ਜਿਹਦਾ ਇੱਕ ਜ਼ੁਰ ਹੋ ਕੇ, ਇੱਕ ਮੁੱਠ ਹੋ ਕੇ, ਜਿਹੜਾ ਸਾਰਿਆਂ ਨੇ ਅੱਜ ਇੱਥੇ ਸਟੇਜ ਦੇ ਉੱਤੇ ਆਪਣਾ ਸਤਿਕਾਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖੀ ਦੇ ਜਿਹੜੇ ਅੱਜ ਹਮਲੇ ਨੂੰ ਰੋਕਣ ਵਾਸਤੇ ਤੁਸੀਂ ਇਕੱਠੇ ਹੋਏ ਹੋ। ਅੱਜ ਸਾਰੇ ਸਿੱਖਾਂ ਨੂੰ ਇਕੱਠੇ ਹੋਣਾ ਚਾਹੀਦਾ, ਤੇ ਭਗਵੰਤ ਮਾਨ ਜਿਹੜਾ ਆ ਨਾ ਤੇ ਕਿਸੇ ਬਾਗ ਦੀ ਮੂਲੀ ਆ ਤੇ ਨਾ ਇਹ ਅੜ ਸਕਦਾ। ਇਹ ਸਿਰਫ ਹੁਣ ਇਸ ਵੇਲੇ ਨਸ਼ੇ, ਗੁਰਬਾਣੀ ਕਹਿੰਦੀ ਆ ਕਿ ਸਭ ਤੋਂ ਜ਼ਿਆਦਾ ਜਿਹੜਾ ਤਾਕਤ ਦਾ ਨਸ਼ਾ ਉਹ ਮਾੜਾ। ਅੱਜ ਤਾਕਤ ਦੇ ਨਸ਼ੇ ਵਿੱਚ ਇਹ ਬੋਲਦਾ, ਇਹ ਤਾਕਤ ਦਾ ਨਸ਼ਾ ਬਹੁਤਾ ਚਿਰ ਨਹੀਂ ਰਹਿੰਦਾ। ਭਗਵੰਤ ਮਾਨ ਇਹ ਬੜਾ ਇਹ ਲੋਕਾਂ ਨੇ ਦਿੱਤਾ, ਅੱਜ ਹੈਗਾ ਕੱਲ ਹੈ ਨਹੀਂਗਾ, ਪਰ ਤੈਨੂੰ ਲੋਕੀ ਦਰਕਾਰਨਗੇ। ਜਿਹੜਾ ਗੁਰੂ ਨਾਲ ਮੱਥਾ ਲਾਇਆ, ਜਿਹਨੇ ਅਕਾਲ ਤਖਤ ਨਾਲ ਮੱਥਾ ਲਾਇਆ, ਜਿਹਨੇ ਸ੍ਰੀ ਹਰਿਮੰਦਰ ਸਾਹਿਬ ਨਾਲ ਮੱਥਾ ਲਾਇਆ, ਉਹ ਮੱਥਾ ਬਣਾ ਕੇ ਗਿਆ, ਅੱਜ ਤੱਕ ਤੇਰਾ ਮੱਥਾ ਵੀ ਭੱਜੂਗਾ। ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਮੰਗਦਾ, ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਬੇਨਤੀ ਕਰਾਂਗਾ ਬੀਬੀ ਜਗੀਰ ਕੌਰ ਜੀ, ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਹੌਸਲੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਬੀਬੀ ਜਗੀਰ ਕੌਰ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਵਿੱਚ ਵਿਰਾਜਮਾਨ ਮਾਨਯੋਗ ਸਿੰਘ ਸਾਹਿਬ ਜੀ, ਜੈਦਾ ਸ਼੍ਰੀ ਅਕਾਲ ਤਖਤ ਸਾਹਿਬ, ਜੈਦਾ ਸ਼੍ਰੀ ਕੇਸਗੜ੍ਹ ਸਾਹਿਬ, ਬਹੁਤ ਸਤਿਕਾਰਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ, ਸਾਰੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਦੇ ਅਹੁਦੇਦਾਰ ਸਾਹਿਬਾਨ, ਮੇਰੇ ਸਾਥੀ ਸਾਰੇ ਮੈਂਬਰ ਸਾਹਿਬਾਨ, ਫਤਿਹ ਅਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤਾਂ ਮੈਂ ਪਹਿਲਾਂ ਹੀ ਬੇਨਤੀ ਕਰ ਲਾਂ, ਮੈਨੂੰ 3-4 ਮੈਸੇਜ ਆਏ ਆ ਇਹਦੇ ਉੱਤੇ ਟੈਲੀਫੋਨ ਤੇ, ਕਹਿੰਦੇ ਜੀ ਕਦੀ ਕਦੀ ਉਹ ਲਾਈਵ ਬੰਦ ਕਰ ਦਿੰਦੇ ਆ, ਕਦੀ ਕਦੀ ਉਹ ਐਡਿਟ ਕਰੀ ਜਾਂਦੇ ਆ, ਤੇ ਕਦੀ ਕਦੀ ਚਲਾ ਦਿੰਦੇ ਆ। ਜੇ ਤੇ ਭਾਈ ਚਲਾਉਣਾ ਤੇ ਸਿੱਧਾ ਚਲਾਇਓ, ਜੇ ਨਹੀਂ ਤੇ ਫਿਰ ਰਹਿਣ ਦਿਓ, ਕਿਉਂਕਿ ਇਹ ਠੀਕ ਨਹੀਂ ਲੱਗਦਾ। ਜੇ ਆਪਾਂ ਲਾਈਵ ਕਰ ਰਹੇ ਹਾਂ ਨਾ, ਫਿਰ ਸਾਰਾ ਪ੍ਰੋਗਰਾਮ ਲਾਈਵ ਕਰੋ, ਤਾਂ ਜੋ ਤੁਹਾਡੇ ਵਿਚਾਰ ਜਿਹੜੇ ਹੈ ਤੁਸੀਂ ਸੰਗਤ ਤੱਕ ਪਹੁੰਚਾ ਰਹੇ ਹੋ, ਸੰਗਤ ਤੱਕ ਪਹੁੰਚ ਸਕਣ। ਪ੍ਰਧਾਨ ਜੀ ਮੇਰੀ ਬੇਨਤੀ ਹੈ ਕਿ ਹਦਾਇਤ ਕਰ ਦਿੱਤੀ ਜਾਵੇ। ਚਲਾਓ ਵਿੱਚ ਹੋਏ 71 ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮ ਮੈਂ ਕੇ ਹੋਵੋ ਜੋਰੀ, ਗੁਰਮੁਖ ਵੈਸੋ ਸਫਾ ਵਿਸ਼ਾਏ। ਗੁਰੂ ਨਾਨਕ ਸਾਹਿਬ ਜੀ ਦਾ ਸੰਦੇਸ਼, ਉਸ ਦਾ ਉਪਦੇਸ਼ ਲੈ ਕੇ ਅਸੀਂ ਸਾਰੇ ਸੰਵਾਦ ਕਰ ਰਹੇ ਹਾਂ, ਵਿਚਾਰ ਚਰਚਾ 'ਚ ਜੁੜੇ ਹਾਂ। ਅੱਜ ਦਾ ਬੜਾ ਗੰਭੀਰ ਅਤੇ ਚਿੰਤਾਜਨਕ ਵਿਸ਼ਾ, ਲਗਾਤਾਰ ਤੁਸੀਂ ਉਸ ਦਾ ਵਿਰੋਧ ਵੀ ਕਰ ਰਹੇ ਹੋ, ਤੇ ਲਗਾਤਾਰ ਤੁਸੀਂ ਜੋ ਸੱਚਾਈ ਹੈ ਉਹ ਵੀ ਸੰਗਤਾਂ ਦੇ ਸਾਹਮਣੇ ਪੇਸ਼ ਕਰ ਰਹੇ ਹੋ। ਮੇਰੇ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਸਾਰੇ ਮੈਂਬਰਾਂ ਨੇ ਬਹੁਤ ਵੱਡਮੁੱਲੇ ਵਿਚਾਰ ਦਿੱਤੇ, ਔਰ ਟੂ ਦੀ ਪੁਆਇੰਟ ਜੋ ਕਹਿਣਾ ਬਣਦਾ ਸੀ, ਹਰ ਮੈਂਬਰ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ। ਸਾਧ ਸੰਗਤ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਜਾਣੀ ਜਾਂਦੀ ਹੈ ਅਤੇ ਹੈ। ਇਸ ਨੂੰ ਸਿੱਖ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ, ਇਸ ਨੂੰ ਸਟੇਟ ਵਿਦਨ ਸਟੇਟ ਵੀ ਕਿਹਾ ਜਾਂਦਾ ਹੈ। ਇਸ ਨੂੰ ਸਾਰੇ ਸੰਸਾਰ ਦੇ ਲੋਕ ਬਹੁਤ ਇੱਜ਼ਤ ਤੇ ਮਾਣ ਦੇ ਨਾਲ ਦੇਖਦੇ ਆ, ਕਿਉਂਕਿ ਇਹਦੇ ਅੰਦਰ ਸਿੱਖਾਂ ਦੀ ਸੋਚ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ, ਗੁਰਮਤਿ ਰਹਿਤ ਮਰਿਆਦਾ ਦੀ ਗੱਲ ਕੀਤੀ ਜਾਂਦੀ ਹੈ, ਅਤੇ ਸਿਧਾਂਤਾਂ ਦੀ ਪਾਲਣਾ ਕਰਕੇ
इस संस्था ने संगतां नूं बहुत वड्डी प्रेरणा देनी हुंदी है। मैं क्योंकि लंबा भाषण नहीं करना, जिस तरह कहा गया प्रधान साहब जी ने मता पेश किया और असी सारिਆਂ ने प्रवान किया, करना बंद है, क्योंकि ये मता सरदार हरजिंदर सिंह जी का नहीं है। ये मता जिहड़ा है, जिस सरकार ने साडे नाल धक्का किया, साडे उत्ते हमला किया, उहदा विरोध करने वास्ते है, तो इहनूं रद्द करने वास्ते है, साडी जिम्मेवारी बनती। मैं समझदी हां कि श्रोमणी गुरुद्वारा प्रबंधक कमेटी होनी चाहिए, वो गल लैके बैठ गए कि एक स्टेट मुद्दा है, स्टेट कमेटी है, स्टेट बोर्ड है, स्टेट एक्ट है। ठीक है, स्टेट एक्ट सी। पंजाब सरकार जदों देश वंड होया, फिर भी पंजाब सरकार जो तब्दीली करती सी एक्ट विच, वो श्रोमणी गुरुद्वारा प्रबंधक कमेटी के इच्छा अनुसार हुंदा सी। 53 च होया, 59 च होया, दुविधा पई सी। सत्कारयोग मास्टर तारा सिंह जी सिख कौम वालों अते सरकार वालों पंडित जवाहर लाल नेहरू जी का पैक्ट होया, समझौता होया, जो उहदे च पास किया गया कि कोई भी तब्दीली एक्ट विच की जाए तो वह केवल तो केवल उदों होएगी जदों श्रोमणी गुरुद्वारा प्रबंधक कमेटी अपने जनरल इजलास विच पास करके वो सोध करने वास्ते भेजेगा। 53 च होई, 59 च होई, 66 ਦੇ ਵਿੱਚ 1966 पंजाब रीऑर्गेनाइजेशन एक्ट बनया, ਉਹਦੇ तहत 72 ਵਿੱਚ जो शामिल किया गया कि ये इंटरस्टेट बॉडी है। श्रोमणी गुरुद्वारा प्रबंधक कमेटी 4 स्टेटां च वंडिया गया, हरियाणा, हिमाचल, चंडीगढ़, पंजाब। इन्हें जो तब्दीली करनी है उस विच लिखा गया कि जो तब्दीली होएगी एक्ट विच जनरल हाउस श्रोमणी गुरुद्वारा प्रबंधक कमेटी की इच्छा अनुसार होएगी, वैसे नहीं हो सकती। मैं समझदी हाँ कि उस तो बाद 66 तो बाद 78 विच, 95 विच, 96 विच, 99 विच, 2015 विच एक्ट में सोध की गई और सारिया सोधा ये सत्ते दियां सत्ते सोधा जड़ियां सन और श्रोमणी गुरुद्वारा प्रबंधक कमेटी के जनरल हाउस पास कीतियां होईयां। अज उदाहरण दी जाती है हरियाणे की। जे हरियाणे ने भी किया तो गलत किया, इंटरस्टेट बॉडी में दखलअंदाजी नहीं सी कर सकते। अज भी तुसी ध्यान दिओ, साडे पार्लीमेंट विच साडा जिहड़ा सीगा इंटरस्टेट बॉडी का जो एक्ट है 1925 का, वो अजे तक रद्द नहीं होया। अजे भी कॉन्स्टिट्यूएंसीज हरियाणे दियां एग्जिस्ट करदियां। अज भी मैंबर हरियाणे दे बैठे ने सरदार क्यामपुरी साहब, अज भी हरियाणे दे मैंबर इत्थे फंक्शन कर रहे हैं। तो फिर अज भी मैंबर बैठी है बीबी मनजीत कौर, बाकी भी मैंबर बैठे हैं। जे हरियाणे दे मैंबर अजे भी एग्जिस्ट करते हैं, कॉन्स्टिट्यूएंसीज एग्जिस्ट कर दियां, ਇਹਦਾ मतलब कि ਇਹਦਾ ਜ਼ਰੂਰੀ ਸੀ पार्लीमेंट च पास होना, नहीं होया। एक ऑर्डीनेंस करके उन्होंने नॉमिनेट की है वो कमेटी, वरना अजे चोन उत्थे नहीं हुई। मैं लंबे च नहीं जाना क्योंकि मैंने पता तुसी रोज़ सुनते भी हो। मैं प्रधान जी की इजाजत नाल, प्रधान साहब एक मता लैके आई है, पंथक मता है, कोई किसी के विरोध च नहीं, कोई किसी की ऐसी गल नहीं, पर मैं सिर्फ तुहाडे सामने पढ़ना चाहुंदी। पंजाब सरकार वालों श्री हरमंदर साहब तो सारिਆਂ ਲਈ मुफ्त गुरबाणी प्रसारण ਲਈ पास किए मते विरुद्ध पंथक मता पास करिए, यह है जिहड़ा मैं मता रखन लगी। मैं बीबी जगीर कौर, साबका प्रधान श्रोमणी गुरुद्वारा प्रबंधक कमेटी, पंजाब सरकार वालों श्री हरमंदर साहिब तो गुरबाणी के मुफ्त प्रसारण ਲਈ पास किए गए मते की सख्त निंदा करती हाँ। ये मता मेरे उन्होंने सारे साथी मैंबरों वालों है जिन्होंने श्रोमणी गुरुद्वारा प्रबंधक कमेटी की प्रधानगी लई चोण में सिद्धांतक फैसले ते मोहर लाई सी। पंजाब सरकार वालों पास किए गए मते नूं गुरु घरां दे प्रबंध में सीधे दखल वजों देखा जाना चाहिए है। साडे सारिਆਂ ਵੱਲੋਂ सारे सिख धड़ियां नूं अपील है कि वह भावें ਵੱਖ-ਵੱਖ मतभेदां अते वखरेवियां दे बावजूद इस मते का तिखा विरोध करन। असल विच ये मता पंथ की अणख नूं वंगारण वाला भी है। असल च ये मता पंथ की अणख नूं वंगारण वाला भी है। इस मते की असल भावना जो गहरी सोच, गहरी साजिश
ਜਿਹਨੂੰ ਅਸੀਂ ਕਹਿੰਦੇ ਡੀਪ ਸਟੇਟ ਦਾ ਇੱਕ ਕੋਝਾ ਹੱਥ ਕੰਡਾ ਵੀ ਹੋ ਸਕਦਾ ਹੈ। ਸੋ ਇਸ ਮਤੇ ਦੀ ਜਿੱਥੇ ਸਖਤ ਨਿੰਦਾ ਕਰਦੀ ਹਾਂ, ਉੱਥੇ ਪੰਥ ਲਈ ਇਹ ਹਾਲਾਤ ਪੈਦਾ ਕਰਨ ਵਾਲਿਆਂ ਅਤੇ ਦੁਨੀਆ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵੀ ਕਿਤੇ ਨਾ ਮੰਨਣ ਦਾ ਜਿਹੜਾ ਸੁਨੇਹਾ ਸਿੱਖ ਕੌਮ ਦੀ ਸਿਰਮੌਰ ਸੰਸਥਾ ਦੀ ਜੱਗ ਹਸਾਈ ਕਰਨ ਵਾਲਿਆਂ ਨੂੰ ਵੀ ਕਟਹਿਰੇ ਵਿੱਚ ਖੜਾ ਕਰਦਾ ਹੈ। ਅੱਜ 26 ਜੂਨ ਹੈ। ਯਾਦ ਕਰੋ ਪਿਛਲੇ ਇਤਿਹਾਸ ਨੂੰ। 25 ਅਤੇ 26 ਜੂਨ ਦੀ ਰਾਤ ਨੂੰ ਦੇਸ਼ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਜਿਹੜੀ ਬੜੀ ਤਾਕਤਵਰ ਸੀ, ਇੰਦਰਾ ਗਾਂਧੀ, ਉਹਨੇ ਐਮਰਜੈਂਸੀ ਲਾ ਦਿੱਤੀ ਗਈ ਸੀ। ਅੱਜ ਦਾ ਦਿਨ ਉਹ ਹੈ 25 ਅਤੇ 26 ਜੂਨ ਰਾਤ ਨੂੰ ਇਹ ਐਮਰਜੈਂਸੀ ਲੱਗੀ ਸੀ। ਉਸ ਵੇਲੇ ਕਾਂਗਰਸ ਦੀ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ। ਉਹਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਨੇ ਹੀ ਝੰਡਾ ਚੁੱਕਿਆ ਸੀ ਔਰ ਉਹਨੂੰ ਝੁਕਾ ਕੇ ਰੱਖ ਦਿੱਤਾ ਸੀ। ਇਹ ਸੀ ਤਾਕਤ ਸ਼੍ਰੋਮਣੀ ਅਕਾਲੀ ਦਲ ਦੀ। ਅੱਜ 26 ਜੂਨ 2023 ਹੈ। ਇਹਨਾਂ 48 ਸਾਲਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਕਿਹੜੀਆਂ ਵੱਡੀਆਂ ਤਬਦੀਲੀਆਂ ਆ ਗਈਆਂ ਕਿ ਪੰਜਾਬ ਸਰਕਾਰ ਵੱਲੋਂ ਗੁਰਦੁਆਰੇ ਦੇ ਪ੍ਰਬੰਧਾਂ ਤੇ ਕੀਤੇ ਹਮਲੇ ਬਾਰੇ, ਮਾਫ ਕਰਨਾ, ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਇੱਕ ਦੂਜੇ ਨੂੰ ਇੱਕ ਦੋ ਨੂੰ ਛੱਡ ਕੇ ਨੇ ਚੁੱਪ ਧਾਰੀ ਹੋਈ ਹੈ। ਅੱਜ ਕਿਹੜੀ ਸਾਡੇ 'ਚ ਤਬਦੀਲੀ ਆ ਗਈ ਹੈ ਕਿ ਕਿਉਂ ਚੁੱਪ ਧਾਰੀ ਗਈ ਹੈ? ਇਸ ਗੱਲ ਦਾ ਵੀ ਆਪਾਂ ਨੂੰ ਚਿੰਤਾ ਕਰਨੀ ਚਾਹੀਦੀ ਹੈ। ਮੈਂ ਸਾਰੇ ਮੈਂਬਰ ਸਾਹਿਬਾਨਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਤਾਕੀਦ ਕਰਦੀ ਹਾਂ ਕਿ ਇਹ ਮਸਲਾ ਸਿਰਫ ਪੀਟੀਸੀ ਦਾ ਏਕਾਧਿਕਾਰ ਖਤਮ ਕਰਨ ਦਾ ਨਹੀਂ ਹੈ। ਇਹ ਮਸਲਾ ਕੇਵਲ ਪੀਟੀਸੀ ਦਾ ਏਕਾਧਿਕਾਰ ਖਤਮ ਕਰਨ ਦਾ ਨਹੀਂ ਹੈ, ਸਗੋਂ ਇੱਕ ਪਰਿਵਾਰ ਦੇ ਹਿੱਤਾਂ ਲਈ ਪੰਥਕ ਸੋਚ ਦੇ ਸਿਧਾਂਤ ਨੂੰ ਤਿਲਾਂਜਲੀ ਦੇਣ ਵਾਲਿਆਂ ਦਾ ਹੈ। ਮੈਂ ਬੇਨਤੀ ਕਰਾਂ, ਜਿਸ ਅਕਾਲੀ ਦਲ ਨੇ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ 1925 ਦੇ ਐਕਟ ਵਿੱਚ ਸਿੱਖ ਔਰਤਾਂ ਨੂੰ ਵੋਟ ਦਾ ਅਧਿਕਾਰ ਦੇ ਦਿੱਤਾ ਸੀ, ਜਦ ਕਿ ਉਦੋਂ ਸਾਡੇ ਤੇ ਰਾਜ ਕਰਨ ਵਾਲੇ ਬਰਤਾਨੀਆ ਵਿੱਚ ਔਰਤ ਨੂੰ ਵੋਟ ਪਾਉਣ ਦਾ ਹੱਕ ਵੀ ਨਹੀਂ ਸੀ। ਇਹ ਉਹ ਸ਼੍ਰੋਮਣੀ ਅਕਾਲੀ ਦਲ ਹੈ, ਇਹ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਸ਼੍ਰੋਮਣੀ ਕਮੇਟੀ ਦੀ ਰੱਖਿਆ ਲਈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ, ਉਸ ਨੇ ਆਪਣੇ ਇੱਕ ਸਦੀ ਦਾ ਸਫ਼ਰ ਤੈਅ ਕਰਦਿਆਂ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਦੇ ਵਕਾਰ ਨੂੰ ਜ਼ਬਰਦਸਤ ਢਾਹ ਲਾ ਦਿੱਤੀ ਹੈ। ਪਰ ਅਸੀਂ ਬਹੁਤੇ ਚੁੱਪਚਾਪ ਬੈਠ ਕੇ ਹੁਕਮ ਮੰਨਦੇ ਰਹੇ ਤੇ ਪੰਜ ਪ੍ਰਧਾਨੀ ਦਾ ਸਿਧਾਂਤ ਛੱਡ ਕੇ ਕੇਵਲ ਤੇ ਕੇਵਲ ਲਿਫਾਫਾ ਕਲਚਰ ਨੂੰ ਜਨਮ ਦੇ ਕੇ ਸਿੱਖ ਮਰਿਆਦਾ ਲਈ ਵੱਡੀ ਸੱਟ ਮਾਰੀ ਹੈ। ਸੋ ਸ਼੍ਰੋਮਣੀ ਕਮੇਟੀ ਵਿੱਚ ਸਰਕਾਰੀ ਦਖਲ ਨੂੰ ਕਿਸੇ ਵੀ ਰੂਪ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਰਕਾਰੀ ਦਖਲ ਨੂੰ ਕਿਸੇ ਵੀ ਰੂਪ ਵਿੱਚ ਜਾਂ ਕਿਸੇ ਵੀ ਸ਼ਕਲ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਨਾ ਕਦੀ ਕੀਤਾ ਗਿਆ। ਕਿਉਂਕਿ ਗੁਰੂ ਘਰਾਂ ਦੀ ਰਾਖੀ ਲਈ ਜਿਹੜੀ ਵੀ ਕੁਰਬਾਨੀ ਦੇਣੀ ਪਵੇਗੀ, ਅਸੀਂ ਤਿਆਰ ਬਰ ਤਿਆਰ ਹਾਂ। ਤੇ ਵਿਅਕਤੀਗਤ ਤੌਰ ਤੇ ਮੈਂ ਇਸ ਪਵਿੱਤਰ ਹਾਊਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿਣਾ ਚਾਹੁੰਦੀ ਹਾਂ, ਐਲਾਨ ਕਰਦੀ ਹਾਂ ਕਿ ਗੁਰੂ ਪੰਥ ਦੀ ਨਿਮਾਣੀ ਸੇਵਾਦਾਰ ਹੋਣ ਦੇ ਨਾਤੇ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਾਂ। ਕਿਉਂਕਿ ਜੇ ਅਸੀਂ ਅੱਜ ਵੀ ਨਾ ਬੋਲੇ ਤਾਂ ਇਤਿਹਾਸ ਸਾਨੂੰ ਲਾਹਨਤ ਪਾਵੇਗਾ। ਪੰਜਾਬ ਵਿੱਚ ਮੈਂ ਘੁੰਮ ਘੁਮਾ ਕੇ ਦੇਖਿਆ ਕਿਵੇਂ ਸਿੱਖ ਆਪਣੀਆਂ ਸੰਸਥਾਵਾਂ ਦੀ ਹੋ ਰਹੀ ਤਬਾਹੀ ਨੂੰ ਬਚਾਉਣ ਲਈ ਤੜਫ ਰਹੇ ਹਨ। ਜਦੋਂ ਮੈਂ ਉਹਨਾਂ ਦਾ ਦਰਦ ਮਹਿਸੂਸ ਕਰਦੀ ਹਾਂ ਤਾਂ ਕਈ ਦਿਨ ਪਰੇਸ਼ਾਨੀ ਵਿੱਚ ਸੱਚ ਜਾਣਿਓ ਨੀਂਦ ਵੀ ਨਹੀਂ ਪੈਂਦੀ ਕਿ ਆਖਰ ਅਸੀਂ ਕਿਹੜੇ ਕੁਰਾਏ ਪੈ ਗਏ, ਆਖਰ ਅਸੀਂ ਕਿਹੜੇ ਕੁਰਾਏ ਪੈ ਗਏ ਜਿਹੜਾ ਸਾਨੂੰ ਪੰਥ ਦੀ ਚੜ੍ਹਦੀ ਕਲਾ ਵੱਲ ਨਹੀਂ ਸਗੋਂ ਰਸਾਤਲ ਵੱਲ ਲੈ ਕੇ ਜਾ ਰਿਹਾ ਹੈ। ਗੱਲਾਂ ਤਾਂ ਬੜੀਆਂ ਕਰਨ ਵਾਲੀਆਂ ਨੇ, ਬਾਕੀ ਵੀਰਾਂ ਨੇ ਵੀ ਕੀਤੀਆਂ, ਮੈਂ ਸਹਿਮਤ ਹਾਂ, ਪਰ ਅਸੀਂ ਅੱਜ ਚਰਚਾ ਕਰਨੀ ਬਣਦੀ ਹੈ ਇਸ ਹਾਊਸ ਵਿੱਚ। ਅਸੀਂ ਬਾਬੇ ਨਾਨਕ ਦੀ ਸੋਚ ਤੋਂ ਮੁੱਖ ਮੋੜ ਲਿਆ। ਆਓ ਫਿਰ ਤੋਂ ਗੁਰੂਆਂ ਦੇ ਆਸ਼ੇ ਵਾਲਾ ਖਾਲਸਾ ਪੰਥ ਸਿਰਜੀਏ, ਜਿਹੜਾ ਕੁੱਲ ਲੁਕਾਈ ਨੂੰ ਸਰਬੱਤ ਦਾ ਹੁੱਕਾ ਦਿੰਦਾ ਹੋਇਆ ਕੁੱਲ ਆਲਮ ਨੂੰ ਆਪਣੀ ਬੁੱਕਲ ਵਿੱਚ ਲਏ। ਮੈਂ ਦੋ ਗੱਲਾਂ ਆਪ ਜੀ ਕੋ ਪ੍ਰਵਾਨਗੀ ਲੈਣੀ ਹੈ ਪ੍ਰਧਾਨ ਸਾਹਿਬ, ਤੁਹਾਡੀ ਆਗਿਆ ਨਾਲ। ਨਹੀਂ ਇਹ ਮੈਨੂੰ ਦੇ ਦਿਓ ਤੁਸੀਂ। ਇਹੀ ਗੱਲਾਂ ਨਹੀਂ, ਇੱਕ ਮਿੰਟ, ਨਹੀਂ ਬੇਬੀ ਜੀ ਮੇਰੀ ਗੱਲ ਸੁਣੋ, ਇਹ ਤੁਸੀਂ ਨਹੀਂ ਕਰ ਸਕਣਾ।
ਆਪਾਂ ਮਰਿਆਦਾ ਦਾ ਖਿਆਲ ਰੱਖੀਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ। ਦੇ ਟਾਈਮ ਹੁਣ ਬੇਨਤੀ ਕਰਾਂਗਾ, ਇੱਕ ਮਿੰਟ ਜੀ, ਸਰਦਾਰ ਕੌਰ ਸਿੰਘ ਆਪਣੇ ਕੇਸ ਬੋਲਣਾ ਕੌਰ ਚਾਹੁੰਦੇ। ਸਿੰਘ ਜੀ ਆਪਣੇ ਵਿਚਾਰ ਸਾਂਝੇ ਰੱਖਣ। ਦੁਨੀਆ ਦੇ ਵਾਲੀ ਲਿਆਓ ਮਹਾਰਾਜ ਜੀ ਆਇਆਂ ਨੂੰ ਫੜਾਓ। ਜੀ ਆਇਆਂ ਨੂੰ ਮੈਂ ਤਾਂ ਕਿਹਾ ਫੜਾਓ। ਆ ਲਿਆਓ ਫੜਾ, ਆ ਲਿਆਓ ਫੜਾ ਦੇ। ਦੁਨੀਆ ਦੇ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸ਼੍ਰੋਮਣੀ ਕਮੇਟੀ ਦੇ ਅੱਜ ਦੇ ਇਸ ਸਮਾਂ ਜ਼ਰੂਰ ਮੈਂ ਬੁਲਾਰਿਆਂ ਨੂੰ ਬੇਨਤੀ ਕਰੂੰ ਸਮੇਂ ਨਾਲ ਰੱਖਣਾ। ਮਾਨਯੋਗ ਸਿੰਘ ਸਾਹਿਬ, ਜਥੇਦਾਰ ਅਕਾਲ ਤਖਤ ਸਾਹਿਬ, ਜਥੇਦਾਰ ਆਨੰਦਪੁਰ ਕੇ ਤਖਤ ਕੇਸਗੜ੍ਹ ਸਾਹਿਬ, ਪ੍ਰਧਾਨ ਸਾਹਿਬ, ਸਾਬਕਾ ਪ੍ਰਧਾਨ ਸਾਹਿਬ ਤੇ ਸਾਰੇ ਮੈਂਬਰ ਸਾਹਿਬਾਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਦੋ ਹੀ ਬੇਨਤੀਆਂ ਕਰਨੀਆਂ ਵੀ ਭਰਾਵੋ, ਜਿਹੜੇ ਆਪਾਂ ਸਾਰੇ ਮੈਂਬਰ ਸਾਹਿਬਾਨ ਆਪਣੀ ਸੰਸਥਾ ਦੇ ਮੁਖੀ ਬੈਠੇ ਆ, ਪ੍ਰਧਾਨ ਸਾਹਿਬ, ਜਥੇਦਾਰਾਂ ਦੇ ਅਕਾਲ ਤਖਤਾਂ ਦੇ ਜਥੇਦਾਰ ਸਾਹਿਬਾਨ ਬੈਠੇ ਆ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਰਹਿਨਮਾਈ 'ਚ ਬੈਠੇ ਹਾਂ। ਮੈਂ ਤੁਹਾਨੂੰ ਮਾਲਵੇ ਦੇ 12-15 ਜ਼ਿਲ੍ਹੇ ਗਿਣ ਕੇ ਦੇ ਸਕਦਾ ਜਿਨ੍ਹਾਂ ਦੇ ਕਿਸੇ ਵੀ ਮੈਂਬਰ ਨੇ ਨਾ ਤਾਂ ਕਿਹਾ ਵੀ ਮੈਂ ਬੋਲਣਾ ਤੇ ਨਾ ਹੀ ਬੁਲਾਇਆ ਗਿਆ। ਇੱਕ ਜ਼ਾਬਤਾ ਹੈ ਨਾ ਜਥੇਬੰਦੀ ਦਾ। ਤੁਸੀਂ ਜਿੰਨੇ ਵੀ ਇੱਥੇ ਨੇੜ ਤੇੜ ਦੇ, ਮੈਂ ਕਿਸੇ ਏਰੀਆ ਦਾ ਨਾਂ ਨਹੀਂ ਲੈਂਦਾ, ਬੋਲੀ ਵੀ ਜਾਂਦੇ ਹੋ ਤੇ ਰੌਲਾ ਵੀ ਪਾਈ ਜਾਂਦੇ ਹੋ। ਤੇ ਦੂਜੀ ਇੱਕ ਗੱਲ ਹੋਰ ਹੈ, ਸਾਨੂੰ ਕੋਈ ਗਿਲਾ ਨਹੀਂ, ਅਸੀਂ ਪ੍ਰਧਾਨ ਸਾਹਿਬ ਤੇ ਬੇਹੱਦ ਵਧੀਆ ਇਨਸਾਨ, ਗੁਰਮਤ ਦਾ ਧਾਰਨੀ, ਸਿੱਖੀ ਨੂੰ ਸਰੂਪ ਨੂੰ ਮੰਨਣ ਵਾਲਾ, ਔਰ ਜਿੰਨੀ ਸ਼੍ਰੋਮਣੀ ਕਮੇਟੀ ਦੀ ਸ਼ਾਖ ਇਸ ਇਨਸਾਨ ਨੇ ਬਹਾਲ ਕੀਤੀ ਹੈ, ਜਦੋਂ ਉਹ ਬੈਠੇ ਆ ਉਹਨਾਂ ਨੇ ਸਾਰਾ ਕੁਝ ਕਰਨਾ ਹੈ। ਦੂਸਰੀ ਗੱਲ, ਬੀਬੀ ਜੀ ਤੁਸੀਂ ਗੁੱਸਾ ਕਰੋਗੇ, ਤੁਸੀਂ ਤਾਂ ਸਾਡੇ ਪ੍ਰਧਾਨ ਰਹੇ ਹੋ, ਆ ਪਿਛਲੇ ਸਾਲ ਹੀ ਹਟੇ ਹੋ ਤੇ ਲਗਾਤਾਰ ਲੰਮਾ ਸਮਾਂ ਜਿਸ ਅਕਾਲੀ ਦਲ ਬਾਰੇ ਤੁਸੀਂ ਹੁਣ ਮੱਤਾਂ ਦਿੰਦੇ ਹੋ, ਇਹਦੇ ਵਿੱਚ ਤੁਸੀਂ ਵਜ਼ੀਰੀਆਂ ਮਾਣੀਆਂ। ਕਦੇ ਮੈਂ ਤੁਹਾਡਾ ਨਹੀਂ ਉੱਠ ਕੇ ਤਾਂ ਕਦੇ ਤੁਸੀਂ ਪ੍ਰਧਾਨ ਸਾਹਿਬ ਨੂੰ ਕਿਹਾ ਹੋਵੇ, ਕਿਸੇ ਨੂੰ, ਸਰ ਸੁਖਬੀਰ ਸਿੰਘ ਨੂੰ ਜਾਂ ਬਾਲ ਸਾਹਿਬ ਨੂੰ, ਭਾਈ ਤੁਸੀਂ ਆਹ ਨਹੀਂ ਕਰਦੇ। ਦੇਖੋ, ਆਪਾਂ ਇਸ ਪਵਿੱਤਰ ਹਾਊਸ ਬੈਠ ਕੇ ਜਦੋਂ ਆਪਾਂ ਪਾਣਾ ਬਦਲ ਜਾਂਦੇ ਆ, ਜਿਹੜੇ ਸਿੰਘ ਪੁਰਾਣੇ ਵਿਚਾਰਕ ਤੌਰ ਤੇ ਪਾਸੇ ਬੈਠੇ ਆ, ਜਦੋਂ ਉਹ ਗੱਲ ਕਰਦੇ ਤਾਂ ਉਸ ਗੱਲ ਦੀ ਕੋਈ ਗੱਲ ਨਹੀਂ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਵਿਚਾਰਕ ਤੌਰ ਤੇ ਆਪਣੇ ਨਾਲ ਉਹਨਾਂ ਦੇ ਮਤਭੇਦ ਹੈ। ਪਰ ਜਿਨ੍ਹਾਂ ਨੇ ਆਪਾਂ ਆਨੰਦ ਮਾਣਿਆ ਬੜੇ ਵਾਰੀ ਵਜ਼ੀਰੀਆਂ ਦਾ, ਹੋਰ ਚੌਧਿਆਂ ਦਾ, ਆਪਾਂ ਇਹੋ ਜਿਹੀਆਂ ਗੱਲਾਂ ਕਰੀਏ ਚੰਗਾ ਨਹੀਂ ਲੱਗਦਾ। ਉਹ ਵੀ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜੱਜ ਕਿਉਂ ਵੇ ਖਾਲਸਾ। ਆਪਾਂ ਚਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਉਹ ਯਾਰ ਸਮੇਂ ਮੈਂ ਮੈਂਬਰ ਸਾਹਿਬਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦਾ ਖਿਆਲ ਰੱਖੀਏ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਸਰਵਣ ਸਿੰਘ ਜੀ ਕੁਲਾਰ, ਮੈਂਬਰ ਸ਼੍ਰੋਮਣੀ ਕਮੇਟੀ, ਉਹ ਆਪਣੇ ਵਿਚਾਰ ਸਾਂਝੇ ਕਰਨਗੇ। ਚਲੋ ਹੁਣ ਬੰਦ ਕਰ। ਬਹੁਤ ਹੀ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਅਤੇ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ, ਜਰਾ ਚੁੱਪ ਦਾ ਦਾਨ ਬਖਸ਼ੋ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਆਪਾਂ ਸਭ ਨੇ ਅਰਦਾਸ ਕਰਕੇ ਸ਼ੁਰੂਆਤ ਕੀਤੀ ਸੀ, ਸਿੰਘ ਸਾਹਿਬ ਨੇ ਅਰਦਾਸ ਕੀਤੀ, ਔਰ ਸਾਰਿਆਂ ਦੇ ਮਨ ਵਿੱਚ ਆ ਵੀ ਮਰਿਆਦਾ ਦਾ ਖਿਆਲ ਰੱਖਣਾ, ਮਰਿਆਦਾ ਦਾ ਪਾਲਣ ਕਰਨਾ। ਸੰਵਿਧਾਨਕ ਤੌਰ ਤੇ ਹਰਜਿੰਦਰ ਸਿੰਘ ਜੀ ਧਾਮੀ ਆਪਣੇ ਪ੍ਰਧਾਨ ਆ। ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹਰ ਗੱਲ ਪੁਰਾਤਨ ਦਿੱਖ ਵੀ ਆ, ਜੀਵਨ ਪੱਖੋਂ ਵੀ, ਔਰ ਪ੍ਰੈਕਟੀਕਲ ਜੋ ਉਹਨਾਂ ਨੇ ਆਪਣੇ ਕਾਰਜਕਾਲ ਵਿੱਚ ਕੀਤਾ, ਇਹ ਕੋਈ ਕਹਿਣ ਦੀ ਗੱਲ ਨਹੀਂ। ਇਸੇ ਤਰ੍ਹਾਂ ਬਾਬਾ ਜੀ ਨੇ ਸਾਰਿਆਂ ਨੇ ਜਿਹੜੀਆਂ ਗੱਲਾਂ ਸਾਰਥਕ ਕੀਤੀਆਂ, ਬਹੁਤ ਵਧੀਆ। ਇਹ ਉਹ ਚੇਤਾ ਆਉਂਦਾ ਵੀ 12 ਮਿਸਲਾਂ ਭਾਵੇਂ ਕੱਲੀਆਂ ਸੀ, ਜਦੋਂ ਕੋਈ ਪੰਥ ਦਾ ਮਸਲਾ ਹੁੰਦਾ ਸੀ ਤੇ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਵਿੱਚ, ਅਗਵਾਈ ਵਿੱਚ ਇਕੱਠੇ ਹੋ ਕੇ ਉਹ ਮੋਰਚਾ ਸੰਭਾਲਦੇ ਸੀ। ਅੱਜ ਵੀ ਜਿਸ ਤਰ੍ਹਾਂ ਪਹਿਲਾਂ ਬਾਬਾ ਜੀ ਨੇ, ਪਲੈਣ ਸਾਹਿਬ ਨੇ, ਸਾਰਿਆਂ ਨੇ ਬਿਆਨ ਦਿੱਤੇ, ਬਹੁਤ ਲੱਗ ਰਿਹਾ ਸੀ ਵੀ ਬੜਾ ਵਧੀਆ ਮਾਹੌਲ ਆਪਣਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੋ ਰਿਹਾ। ਸਿੰਘ ਸਾਹਿਬ ਆਪਣੇ ਨਵੇਂ ਨਿਯੁਕਤ ਹੋਏ ਆ, ਬੜੀ ਕਿਰਪਾ ਹੈ ਇਹਨਾਂ ਤੇ। ਉਹਨਾਂ ਦੇ ਬੈਠਿਆਂ ਤੇ, ਪ੍ਰਧਾਨ ਸਾਹਿਬ ਦੇ ਸੰਵਿਧਾਨਕ ਤੌਰ ਤੇ ਬੈਠਿਆਂ ਤੇ, ਆਪਾਂ ਨੂੰ ਉਹੋ ਹੀ ਸ਼ੁਰੂਆਤ ਜਿੱਦਾਂ ਕੀਤੀ ਗਈ ਸੀ ਉਸੇ ਤਰ੍ਹਾਂ ਆਪਾਂ ਨੂੰ ਚੱਲ ਕੇ ਜਿਹੜਾ ਮਤਾ ਆਪਾਂ ਪਹਿਲਾਂ ਕੀਤਾ ਉਹਦੇ ਤੇ ਹੀ ਪਹਿਰਾ ਦੇਣਾ ਚਾਹੀਦਾ ਹੈਗਾ। ਤੇ ਇਸ ਕਰਕੇ ਬਖਰੇਵੇਂ ਹੋ ਸਕਦੇ ਆ,
ਉਹ ਆਪਣੇ ਸੁਝਾਅ ਪ੍ਰਧਾਨ ਸਾਹਿਬ ਨੂੰ ਦੇ ਸਕਦੇ ਆ ਅਤੇ ਹੋਰ ਵੀ ਜਿਹੜੀਆਂ ਗੱਲਾਂ ਉਹ ਆਪਣਾ ਸਾਰਾ ਕੁਝ ਆਪਾਂ ਕਰ ਸਕਦੇ ਆ। ਤੇ ਉਹਨਾਂ ਨੇ ਤਾਂ ਬੜੀ ਫਰਾਕਦਲੀ ਦਿਖਾ ਲਈ ਵੀ ਆਪਣੇ ਕਿਹੜੇ ਵੀ ਮੈਂਬਰ ਜਿਹੜਾ ਵੀ ਚਾਹੁੰਦਾ ਸੀ ਮੈਂਬਰ ਉਸ ਨੂੰ ਟਾਈਮ ਦਿੱਤਾ ਵੀ ਉਹ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ ਤਾਂ ਜੋ ਉਹਨਾਂ ਦੀਆਂ ਗੱਲਾਂ ਵਿੱਚੋਂ ਵੀ ਸਾਨੂੰ ਕੁਝ ਮਿਲ ਸਕੇ। ਤੋ ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰੇ। ਇਹ ਇਦਾਂ ਦੇ ਜਿੱਦਾਂ ਕਹਿੰਦੇ ਸੰਕਟਮਈ ਸਮਾਂ ਆ, ਇਹਦੇ ਵਿੱਚ ਵੀ ਜੇ ਆਪਾਂ ਆਪਣੀਆਂ ਹੀ ਹਉਮੈ ਨੂੰ ਪੱਠੇ ਪਾਉਂਦੇ ਰਹੇ ਜਾਂ ਇੱਕ ਦੂਜੇ ਨੂੰ ਨੀਚੇ ਦਿਖਾਉਂਦੇ ਰਹੇ ਜਾਂ ਇਹੋ ਜਿਹੀਆਂ ਗੱਲਾਂ ਕਰਦੇ ਰਹੇ ਤਾਂ ਫਿਰ ਸ਼ੋਭਾ ਨਹੀਂ ਦਿੰਦਾ। ਗੁਰੂ ਮਹਾਰਾਜ ਕਿਰਪਾ ਕਰੇ, ਸਿੰਘ ਸਾਹਿਬ ਦਾ ਸਤਿਕਾਰ ਕਰੀਏ, ਪ੍ਰਧਾਨ ਜੀ ਦਾ ਸਤਿਕਾਰ ਕਰੀਏ ਔਰ ਆਪਾਂ ਵੀ ਸਾਰੇ ਜ਼ਿੰਮੇਵਾਰ ਹਾਂ। ਆਪਾਂ ਵੀ ਸਿੱਖ ਪਾਰਲੀਮੈਂਟ ਦੇ ਮੈਂਬਰ ਹਾਂ ਔਰ ਵੱਡੀ ਬੇਨਤੀ ਦੇ ਨਾਲ ਵੱਡੀਆਂ ਵੋਟਾਂ ਦੇ ਨਾਲ ਆਪਾਂ ਨੂੰ ਸੰਗਤ ਨੇ ਜਿਤਾਇਆ। ਇਸ ਕਰਕੇ ਆਪਣਾ ਹੀ ਵੀ ਜ਼ਿੰਮੇਵਾਰੀ ਬਹੁਤ ਵੱਡੀ ਬਣਦੀ ਆ। ਗੁਰੂ ਮਹਾਰਾਜ ਕਿਰਪਾ ਕਰੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੋ ਹੋਵੋ ਜੋੜੀ, ਗੁਰਮੁਖ ਵੈਸੋ ਸਭਾ ਬਛਾਏ। ਮਹਾਰਾਜ ਕਿਰਪਾ ਕਰੇ। ਜਿਹੜੀ ਸ਼ੁਰੂਆਤ ਆਪਾਂ ਜਿੱਦਾਂ ਕੀਤੀ ਸੀ ਸਾਰੇ ਬੁਲਾਰਿਆਂ ਨੇ ਬਹੁਤ ਵਧੀਆ ਇਦਾਂ ਕੀਤਾ, ਉੱਦਾਂ ਦਾ ਹੀ ਆਪਾਂ ਮਾਹੌਲ ਸਿਰਜ ਕੇ ਇੱਥੋਂ ਬਾਹਰ ਨਿਕਲੀਏ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਕੋਈ ਸੰਘਰਸ਼ ਦੀ ਰੂਪ ਰੇਖਾ ਤਿਆਰ ਹੋਣੀ ਆ ਉਹ ਕੋਈ ਬਣਨੀ ਹੈ, ਉਹ ਤਾਂ ਹੀ ਕਾਮਯਾਬ ਹੋਣੀ ਆ ਜਦੋਂ ਅਸੀਂ ਇੱਕ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵਾਂਗੇ। ਜੇ ਆਪਾਂ ਉੱਥੇ ਕਿੰਤੂ ਪਰੰਤੂ ਕਰੀਏ ਤਾਂ ਫੇਰ ਕਿੱਦਾਂ ਹੋਊ ਗੱਲ। ਇਸ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰੇ, ਅਸੀਂ ਭੈ ਭਾਵਨੀ 'ਚ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂਬਰ ਸਾਹਿਬ ਨੂੰ ਬੇਨਤੀ ਹੈ ਕਿ ਉਹ ਬੈਠੇ ਰਹਿਣ ਕਿਉਂਕਿ ਲਾਸਟ ਤੇ ਹੁਣ ਸਰਦਾਰ ਹਰਪਾਲ ਸਿੰਘ ਜੀ ਜੱਲਾ 1 ਮਿੰਟ ਲਈ ਬੋਲਣਗੇ। ਇਹਨਾਂ ਤੋਂ ਬਾਅਦ ਮਾਨਯੋਗ ਪ੍ਰਧਾਨ ਸਾਹਿਬ ਜੀ ਨੇ ਆਪਣੇ ਨਾਲ ਵਿਚਾਰ ਸਾਂਝੇ ਕਰਨੇ ਨੇ। ਹੁਣ ਬੇਨਤੀ ਆ ਕਿ ਸਰਦਾਰ ਹਰਪਾਲ ਸਿੰਘ ਜੀ ਜੱਲਾ 1 ਮਿੰਟ ਲਈ ਆਪਣੇ ਵਿਚਾਰ ਸਾਂਝੇ ਕਰਨਗੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਸਿੰਘ ਸਾਹਿਬਾਨ ਜੀ, ਪ੍ਰਧਾਨ ਸਾਹਿਬ, ਸਾਬਕਾ ਪ੍ਰਧਾਨ ਸਾਹਿਬਾ, ਸਾਰੇ ਮੈਂਬਰ ਸਾਹਿਬਾਨ, ਅਧਿਕਾਰੀ ਸਾਹਿਬਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਜੀ, ਬਹੁਤ ਸਮਾਂ ਅੱਜ ਆਪਾਂ ਨੇ ਦੀਰਘ ਵਿਚਾਰਾਂ ਤੇ ਲਾਇਆ। ਵੱਡੇ ਮਸਲੇ ਜਿਹੜਾ ਆਪਣੇ ਕੋਲੇ ਉੱਭਰ ਕੇ ਸਾਹਮਣੇ ਆਇਆ ਪੰਜਾਬ ਸਰਕਾਰ ਦੇ ਵੱਲੋਂ ਜੋ 1925 ਦਾ ਐਕਟ ਹੈ ਜਿਹੜਾ ਉਸ ਦੇ ਵਿੱਚ ਤਰਮੀਮ ਕੀਤੀ ਹੈ, ਉਹਦੇ ਲਈ ਮਤਾ ਪਾਸ ਕੀਤਾ ਹੈ। ਇਸ ਦੇ ਲਈ ਸਾਰੇ ਸਿੱਖ ਸੰਸਾਰ ਦੇ ਅੰਦਰ ਅੰਤਾਂ ਦਾ ਰੋਹ ਹੈ ਤੇ ਉਸ ਰੋਹ ਨੂੰ ਵੇਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਫੈਸਲਾ ਲੈ ਕੇ ਅੱਜ ਵਿਸ਼ੇਸ਼ ਜਿਹੜਾ ਇਜਲਾਸ ਬੁਲਾਇਆ ਹੈ। ਮੈਂ ਇਸ ਜਿਹੜਾ ਤੁਸੀਂ ਮਤਾ ਪਾਸ ਕਰਵਾਇਆ, ਮਤਾ ਆਪਾਂ ਸੰਗਤੀ ਰੂਪ ਦੇ ਵਿੱਚ ਪਾਸ ਕੀਤਾ ਹੈ, ਇਹ ਬੜੀ ਵਿਚਾਰ ਤੋਂ ਬਾਅਦ ਬਣਾਇਆ ਤੇ ਉਹ ਪਾਸ ਹੋਇਆ ਤੇ ਉਹ ਜਿਹੜਾ ਮਤਾ ਸਰਕਾਰ ਦਾ ਉਸ ਨੂੰ ਰੱਦ ਕੀਤਾ ਹੈ। ਮੈਂ ਤਾਂ ਤੁਹਾਨੂੰ ਇੱਕ ਸੁਝਾਅ ਦਿੰਦਾ ਪ੍ਰਧਾਨ ਸਾਹਿਬ ਜੀ ਕਿ ਪਿਛਲਾ ਆਪਣਾ ਇਤਿਹਾਸ ਹੈ ਸ਼੍ਰੋਮਣੀ ਕਮੇਟੀ ਨੂੰ ਹੋਂਦ ਦੇ ਵਿੱਚ ਲਿਆਉਣ ਦਾ, ਕਿਵੇਂ ਤਰਨਤਾਰਨ ਸਾਹਿਬ ਤੋਂ ਨਨਕਾਣਾ ਸਾਹਿਬ ਪੰਜਾਬੀ ਸੂਬੇ ਦਾ ਜਾਂ ਤੱਕ ਜਿਹੜੇ ਸਾਰੇ ਦਰਮਿਆਨ ਦੇ ਅਸੀਂ ਮੋਰਚੇ ਲਾਏ ਸਿੱਖਾਂ ਨੇ, ਸ਼੍ਰੋਮਣੀ ਕਮੇਟੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਰਲ ਕੇ, ਪੰਜਾਬੀਆਂ ਨੇ ਨਾਲ ਸਾਥ ਦਿੱਤਾ ਸਾਰਿਆਂ ਨੇ ਤੇ ਸਫਲਤਾਵਾਂ ਪ੍ਰਾਪਤ ਕੀਤੀਆਂ ਨੇ। ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜਾ ਭਗਵੰਤ ਮਾਨ ਹੈ ਇਸ ਨੂੰ ਆਪਾਂ ਕੁਝ ਆਖੀ ਜਾਓ, ਇਹ ਇੱਕ ਮਤਾੜਿਆ ਹੋਇਆ ਊਠ ਹੈ ਅਤੇ ਇਹ ਹਲਕਿਆ ਹੋਇਆ, ਮੈਂ ਉਹਦੀ ਤੁਲਨਾ ਨਹੀਂ ਕਰਾਂਗਾ ਉਸ ਦੇ ਨਾਲ, ਤੇ ਇਹਨੇ ਆਪਣੀ ਮੌਤ ਤੇ ਆਪ ਹੀ ਮਰ ਜਾਣਾ ਹੈ। ਲੇਕਿਨ ਆਪਾਂ ਨੂੰ ਯਤਨ ਇਹਦੇ ਵਿੱਚ ਕੀ ਕਰਨਾ ਚਾਹੀਦਾ ਹੈ। ਮੇਰਾ ਸੁਝਾਅ ਹੈ ਤੁਹਾਨੂੰ ਕਿ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ, ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਤੇ ਪੰਜਾ ਸਾਹਿਬ ਦਾ ਮੋਰਚਾ ਲੱਗਿਆ। ਸਿੱਖਾਂ ਨੇ ਅਮਨ ਦੇ ਨਾਲ ਸ਼ਾਂਤ ਰਹਿੰਦਿਆਂ ਉਹਨਾਂ ਮੋਰਚਿਆਂ ਨੂੰ ਲਾਇਆ ਅਤੇ ਸਫਲਤਾ ਵੀ ਹਾਸਲ ਕੀਤੀ ਹੈ। ਸੋ ਮੇਰੀ ਸਿਮਰ ਬੇਨਤੀ ਹੈ, ਮੈਂ ਹਰਿਆਣਾ ਦੀ ਜਦੋਂ ਆਪਾਂ ਇੱਥੇ ਇਕੱਤਰਤਾ ਹੋਈ ਸੀ ਇਜਲਾਸ ਨੂੰ ਉਦੋਂ ਵੀ ਕਿਹਾ ਸੀ ਕਿ ਸਾਨੂੰ ਕੇਂਦਰ ਦੇ ਵਿੱਚ ਸਾਨੂੰ ਮੋਰਚਾ ਲਾਉਣਾ ਚਾਹੀਦਾ। ਸ਼੍ਰੋਮਣੀ ਕਮੇਟੀ ਨੂੰ 5-5 ਮੈਂਬਰ ਜਿਹੜੇ ਨੇ ਹਰ ਰੋਜ਼ ਆਪਣੀ ਇੱਕ ਬੱਸ ਭਰ ਕੇ ਜਾਣ ਉੱਥੇ ਦਿੱਲੀ ਤੇ ਉਹਦੇ ਲਈ ਆਪਾਂ ਨੂੰ ਮੋਰਚਾ ਲਈ ਤਾਂ ਕਿ ਉਹ ਆਵਾਜ਼ ਸਾਡੀ ਵਾਰਡ ਲੈਵਲ ਤੇ ਜਾਵੇ। ਹੁਣ ਮੇਰੀ ਸਿਮਰ ਬੇਨਤੀ ਹੈ ਤੁਹਾਨੂੰ ਕਿ ਵਿਧਾਨ ਸਭਾ ਦੇ ਵਿੱਚ ਸਾਹਮਣੇ ਆਪਾਂ ਨੂੰ 5 ਮੈਂਬਰ ਹਰ ਰੋਜ਼ ਇੱਕ ਬੱਸ ਭਰ ਕੇ ਉੱਥੇ ਜਾ ਕੇ ਮੋਰਚਾ ਲਾਉਣਾ ਚਾਹੀਦਾ। ਉਹਦੇ ਲਈ ਜੋ ਮਰਜ਼ੀ ਆਪਾਂ ਨੂੰ ਕੁਰਬਾਨੀਆਂ ਕਰਨੀਆਂ ਪੈਣ, ਜੋ ਮਰਜ਼ੀ ਗ੍ਰਿਫਤਾਰੀਆਂ ਹੋਣ, ਜੋ ਮਰਜ਼ੀ ਹੋਵੇ,
ਉਸ ਦੀ ਅਗਵਾਈ ਤੁਹਾਨੂੰ ਕਰਨੀ ਚਾਹੀਦੀ ਹੈ ਤੇ ਰਹਿਨਮਾਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਚਾਹੀਦੀ ਹੈ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਆਦੇਸ਼ ਹੋਇਆ ਕਿ ਸਰਦਾਰ ਅਮਰਜੀਤ ਸਿੰਘ ਜੀ ਬਡਾਲਾ ਕੇਵਲ 1 ਮਿੰਟ ਲਈ ਆਪਣੇ ਵਿਚਾਰ ਸਾਂਝੇ ਕਰਨਗੇ। ਉਹਨਾਂ ਤੋਂ ਬਾਅਦ ਮਾਨਯੋਗ ਪ੍ਰਧਾਨ ਸਾਹਿਬ ਜੀ ਉਹ ਬੋਲਣਗੇ। ਸਾਹਿਬ ਕਮਾਲ ਸ਼ਬਦ ਤਖਤ ਦੇ ਮਾਲਕ, ਨਿਵਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿੱਘੀ ਗੋਦ ਵਿੱਚ ਸਿੰਘ ਸਾਹਿਬਾਨ ਦੀ ਹਜ਼ੂਰੀ ਦੇ ਵਿੱਚ, ਪ੍ਰਧਾਨ ਸਾਹਿਬ ਦੀ ਹਜ਼ੂਰੀ ਦੇ ਵਿੱਚ, ਸਾਬਕਾ ਪ੍ਰਧਾਨ ਬੀਬੀ ਜਗੀਰ ਸਿੰਘ ਦੀ ਹਜ਼ੂਰੀ ਦੇ ਵਿੱਚ ਸਾਰੇ ਹੀ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਸਾਰੇ ਹੀ ਆਓ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਵਿਚਾਰਾਂ ਹੋਈਆਂ, ਮੈਂ ਬਹੁਤਾ ਕੁਝ ਨਹੀਂ ਬੋਲਣਾ। ਮੈਂ ਨਿਮਾਣਾ ਸਿੱਖ, ਮੈਂ ਬਹੁਤਾ ਕੁਝ ਜਾਣਦਾ ਵੀ ਨਹੀਂ ਬੋਲਣਾ। ਮੈਂ ਤੇ ਸਿਮਰਨ ਇੱਕੋ ਹੀ ਹਾਊਸ ਨੂੰ ਬੇਨਤੀ ਕਰਨੀ ਆ ਕਿ ਅੱਜ ਜਿਹੜੇ ਮਸਲੇ ਦੇ ਵਿੱਚ ਇਕੱਤਰ ਹੋਏ ਆ, ਉਸ ਮਸਲੇ ਦੇ ਵਿੱਚ ਮੈਂ ਸਮਝਦਾ ਜੇ ਸਾਡੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਦਾ ਚੈਨਲ ਇਹ ਚੱਲ ਰਿਹਾ PTC ਚੈਨਲ, ਜੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਸਾਰੇ ਸੰਸਾਰ ਦੇ ਵਿੱਚ ਸਾਰੇ ਲੋਕਾਂ ਨੂੰ PTC ਚੈਨਲ ਦੇ ਨਾਲ, ਲੋਕਾਂ ਦੇ ਨਾਲ ਸਾਰੇ ਹੀ ਗੁਰਬਾਣੀ ਨੂੰ ਪਹੁੰਚਾਇਆ, ਘਰ ਘਰ ਦੇ ਵਿੱਚ ਪਹੁੰਚਾਇਆ। ਤੇ ਜੇ ਅੱਜ ਉਹਨਾਂ ਨੂੰ ਸਾਰਾ ਹਾਊਸ ਬੇਨਤੀ ਕਰ ਦਈਏ ਕਿ ਤੁਸੀਂ ਇਹ ਜਿਹੜਾ PTC ਚੈਨਲ ਆ, ਅੱਜ ਜੇ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿਓ ਤੇ ਸਾਰਾ ਮਸਲਾ ਹੀ ਸਾਰਾ ਖਤਮ ਹੋ ਜਾਂਦਾ। ਸੋ ਮੈਂ ਇਸੇ ਬਾਤ ਤੇ ਤੁਹਾਨੂੰ ਬੇਨਤੀ ਕਰਨ ਵਾਸਤੇ ਇਕੱਤਰ ਹੋਇਆ ਕਿ ਆਪਾਂ ਪ੍ਰਧਾਨ ਜੀ ਨੂੰ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬੇਨਤੀ ਕਰੀਏ ਕਿ ਜੇ PTC ਚੈਨਲ ਇਸ ਤਰ੍ਹਾਂ ਚੱਲਦਾ ਰਹੇ, ਸਾਰੇ ਸੰਸਾਰ ਦੇ ਉੱਤੇ ਉਹ ਆਪਣੀ ਗੁਰਬਾਣੀ ਦੀ ਘਰ ਘਰ ਪਹੁੰਚਾਉਂਦਾ ਰਹੇ ਤੇ ਤੁਸੀਂ ਉਹ ਗੁਰੂ ਨੂੰ ਸਮਰਪਿਤ ਕਰ ਦਿਓ ਤਾਂ ਕਿ ਸਾਰਾ ਜਿਹੜਾ ਝਗੜਾ ਹੀ ਮੁੱਕ ਜੇ। ਇਹਨਾਂ ਕੁਝ ਕਹਿੰਦਾ ਹੋਇਆ ਖਿਮਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਹਿਰਜਿੰਦਰ ਸਿੰਘ ਜੀ ਧਾਮੀ ਜੀ ਨੂੰ, ਉਹ ਆਪਣੇ ਨਾਲ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮਾਨਯੋਗ ਪ੍ਰਧਾਨ ਸਾਹਿਬ ਜੀ ਦੇ ਬੋਲਣ ਤੋਂ ਪਹਿਲਾਂ ਮੈਂ ਜੈਕਾਰਾ ਬੁਲਾਉਣ ਲੱਗਾ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਬੀਬੀਆਂ ਦਾ ਕਿਉਂਕਿ ਬਣਦਾ ਹਿੱਸਾ ਮੇਰਾ ਖਿਆਲ ਅੱਜ ਇਹ 'ਚ ਕੱਟ ਲੱਗ ਗਿਆ। 2 ਹੀ ਬੀਬੀਆਂ ਸਾਡੀਆਂ ਬੋਲ ਸਕੀਆਂ। ਬੀਬੀ ਗੁਰਪ੍ਰੀਤ ਕੌਰ ਵੀ ਰੂਹੀ ਪਿੱਛੇ ਬੈਠੀ ਆ, ਮੈਂ ਦੇਖਦਾ ਸੀ। ਆ ਸਾਡੀਆਂ ਸਾਰੀਆਂ ਭੈਣਾਂ ਬੈਠੀਆਂ। ਤੁਹਾਤੋਂ ਦੋਏ ਹੱਥ ਜੋੜ ਕੇ ਖਿਮਾ ਮੰਗਦਾ ਕਿ ਤੁਹਾਨੂੰ ਉਹਨਾਂ ਸਮਾਂ ਨਹੀਂ ਦੇ ਸਕੇ ਜਿੰਨਾ ਸਮਾਂ ਤੁਹਾਡਾ ਬਣਦਾ ਸੀ। ਤੁਹਾਡੀ ਫੇਰ ਵੀ ਤਰਜਮਾਨੀ ਬੀਬੀ ਕਿਰਨਜੋਤ ਕੌਰ ਜੀ ਨੇ। ਦੇਖੋ ਇਹ ਉਹ ਅੰਸ ਬੰਸ ਦੇ ਵਿੱਚੋਂ ਆ ਜਿਸ ਮਾਸਟਰ ਤਾਰਾ ਸਿੰਘ ਨੂੰ ਪੰਥ ਰਤਨ ਦਾ ਖਿਤਾਬ ਮਿਲਿਆ। 40 ਸਾਲ ਬੇਤਾਜ ਪਾਤਸ਼ਾਹ ਪੰਥ ਦੇ ਉਹਨਾਂ ਨੂੰ ਖਿਤਾਬ ਮਿਲਿਆ ਸੀ। ਸੋ ਬਹੁਤ ਵਿਦਵਤਾ ਦੇ ਨਾਲ ਹੀ ਨਹੀਂ ਸਾਰੇ ਵਿਚਾਰ ਰੱਖੇ ਆ। ਧੰਨਵਾਦ ਆ। ਬੀਬੀ ਜਗੀਰ ਕੌਰ ਜੀ, ਕਿਉਂਕਿ ਮੇਤੋਂ ਕਹਿਲਮਾ ਮੈਂਬਰ ਤਾਂ ਇਕੱਠੇ ਹੀ ਬਣੇ ਸੀ ਅਸੀਂ, ਪਰ ਅਹੁਦੇ 'ਚ ਮੇਤੋਂ ਵੱਡੇ ਰਹੇ। 3-4 ਵਾਰੀ ਇਹ ਪ੍ਰਧਾਨ ਵੀ ਰਹੇ ਸ਼੍ਰੋਮਣੀ ਕਮੇਟੀ ਦੇ ਤੇ ਨਾਲ ਵਜ਼ੀਰ ਵੀ ਰਹੇ, MLA ਵੀ ਰਹੇ। ਸੋ ਇਹਨਾਂ ਨੂੰ ਸਾਰੇ ਡੈਕੋਰਮ ਦਾ ਪਤਾ ਆ ਵੀ ਹਾਊਸ ਕਿਵੇਂ ਚੱਲਦਾ ਤੇ ਹਾਊਸ ਦੀ ਕੀ ਮਰਿਆਦਾ। ਪਰ ਚਲੋ ਕੋਈ ਵਾਰੀ ਗੁੱਸੇ ਗਿਲੇ ਹੁੰਦੇ ਆ, ਅਸੀਂ ਬੈਠ ਕੇ ਵੀ ਅੰਦਰ ਸਾਂਝੇ ਕੀਤੇ ਸੀ। ਸੋ ਇਸ ਕਰਕੇ ਇੱਕ ਮਰਿਆਦਾ ਕਿ ਮੈਂ ਜੇ ਇੱਥੇ ਬੈਠਾ, ਮੈਂ ਕਈ ਵਾਰੀ ਸੱਚ ਕਰਕੇ ਜਾਣਿਓ ਟੌੜਾ ਸਾਹਿਬ ਵੀ ਇੱਥੇ ਬੈਠੇ ਦੇਖੇ, ਪਰ ਉਹ ਮੈਨੂੰ ਮਹਿਸੂਸ ਹੁੰਦਾ ਸੀ ਵੀ ਗੁਰੂ ਦੇ ਸਨਮੁਖ ਆਪਾਂ ਇੱਕੋ ਜਿਹਾ ਬਹਿੰਦੇ ਆ। ਮੇਰੀ ਭੈਣ ਕੁਲਦੀਪ ਕੌਰ ਬੈਠੀ ਆ ਇੱਥੇ, ਜਿਹੜਾ ਬਹਿੰਦਾ ਉਹਦੀ ਇੱਕ ਫਿਰ ਮਰਿਆਦਾ ਆ ਭਈ ਉਹਨੇ ਇੱਕ ਸਿਸਟਮ ਹਾਊਸ ਦਾ ਕਿਵੇਂ ਚਲਾਉਣਾ ਤੇ ਉਹਦੀ ਕੀ ਮਰਿਆਦਾ। ਸੋ ਬੀਬੀ ਜੀ ਉਹਨਾਂ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ। ਆ ਸ਼ਾਹਪੁਰ ਸਾਹਿਬ ਇੱਕ ਦੇ ਗਿਆ ਸੀ, ਇੱਕ ਇਹਨਾਂ ਨੇ ਚਿੱਠੀ ਦਿੱਤੀ ਆ ਮਤੇ ਦੇ ਰੂਪ ਵਿੱਚ, ਪਰ ਮਤੇ ਹਮੇਸ਼ਾ ਹੀ ਚੇਅਰ ਆਫ ਦਾ ਹਾਊਸ ਉਹਦੇ ਸਹਿਮਤੀ ਦੇ ਨਾਲ ਹੀ ਸਾਰੇ ਪੇਸ਼ ਕੀਤੇ ਜਾਂਦੇ। ਪਰ ਮੈਂ ਤੁਹਾਡਾ ਧੰਨਵਾਦ ਕਰਦਾ। ਇੱਕ ਤਾਂ ਐਵੇਂ ਗੱਲਾਂ ਦੀ ਫਾਰਮੈਲਿਟੀ ਦਾ ਧੰਨਵਾਦ ਕਰੀਦਾ। ਇਹ ਇੱਕ ਦੁਸ਼ਮਣ ਨੇ ਵਾਰ ਕੀਤਾ ਸੀ, ਤੁਸੀਂ ਰੋਕ ਲਿਆ।
रोक इस करके लिया कि अज ये सौखा बार करना चाहया कि एक राजनीतिक जिहड़ी ओहदी किरड़ सी, बदलाखोरी सी, ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰੀਏ ਕੱਢਣ ਦਾ ਯਤਨ ਕੀਤਾ। ਤੁਸੀਂ ਸਾਰੇ ਭਲੀ ਬਾਤ ਮੇਰੇ ਤੋਂ ਵੱਧ ਜਾਣਦੇ ਆ। ਪੜੈਣ ਸਾਹਿਬ ਨੇ ਗੱਲਾਂ ਵੀ ਬਹੁਤ ਵਧੀਆ ਸਾਰਿਆਂ ਨੇ ਕੀਤੀਆਂ। ਮੇਰਾ ਇਹ ਖਾਲਸਾ ਵੀ ਜੇ ਆਪਾਂ ਅੱਜ ਇਹ ਪਿਰਤਾਂ ਪੈਣ ਦੇ ਵਿੱਚ ਉਹਨਾਂ ਨੂੰ ਕਾਮਯਾਬ ਹੋਣ ਦਿੱਤਾ, ਬੱਚੇ ਵੀ ਸਿੱਖ ਪੰਥ ਦੇ ਸਾਰੇ ਹੀ ਜਿਹੜੇ ਆ ਉਹ ਇਸ ਗੱਲ ਨੂੰ शायद भली पांच सुहिरदता दे नाल नहीं बाच करते, ਇਹਦੇ आफ्टरवर्ड इफैक्ट की पैने आ। ਉਹ आफ्टरवर्ड इफैक्ट की पैने आ, ਉਹਨਾਂ ਦੇ ਵਿੱਚ ਬਹੁਤ ਸਾਰੀਆਂ त्रुटियां लिया देणगे। फिर साडे बजुर्गां ने जो कीता सी ਉਹੋ ਹੀ ਸਾਨੂੰ करना पऊ। मैं तुहाडा इस करके धन्नवाद करदा, तुसीं एक सुरता दे नाल जकारियां दी गूंज दे नाल ਇਹ मते ਦੀ ਪ੍ਰਵਾਨਗੀ ਦਿੱਤੀ कि पंजाब सरकार ने बिल्कुल अनकॉन्स्टिट्यूशनल इलीगल विदाउट एनी जुरिस्डिक्शन ये मता पास किया, जिन्हां दा उन्होंने कोई अधिकार नहीं, तो तुसीं रद्द किया, मुड़ों तुहाडा धन्नवाद। दूसरी बेनती कि ये अज जे आपां एक सुरता दे नाल इत्थे गए हैं, इस गल दा उन्हां ते भी असर पैंदा बड़ा। पर कई बारी हुंदा की आ कि पिछे असीं एक इत्थे कमेटी बनाई सी बंदी ਸਿੰਘਾਂ ਦੇ मसले के उत्ते, वो 11 मैंबरी कमेटी भी बन गई, कौम दे विच सुनेहा भी चंगा गया, पर ਉਹਦੇ ਵਿੱਚ सरकार ने घसपैठ करके जो ਉਹਦਾ हाल किया सानू सारिਆਂ ਨੂੰ पता। ਆਪਾਂ समतल ते एक हौसते हैं क्योंकि नाराज़गियां कई बारी हो जांदियां। ਆਪਾਂ आए तो सारे श्रोमणी अकाली दल दी टिकटां ते हैं ना जी। पड़ैण साहब भी बैठे आ, साडे अपने बाबा गुरप्रीत सिंह होनी, अमरीक सिंह साडा शाहपुर, मेरा ख्याल शायद ही तो आज़ाद लड़े सी उदों, मैनूं हुण पता नहीं। सो आपां सारे श्रोमणी अकाली दल दा हिस्सा आ। श्रोमणी गुरुद्वारा प्रबंधक कमेटी तुहाडी अपनी वाहद जथेबंदी आ। अज इहनूं सीधे तौर पर आपां जिहड़ा मता पढ़िया भी हथियाउण दा यतन किया जा रहा, ये मिठी गोली जहर दी विच मिठा पा के दित्ती जा रही, जिहले अंदर जानी आ फिर पता लगना भी इहदा पेट च की नुक्स पैना। अज तो सानू चंगा लगता ना भी PTC के मसले के उत्ते कह के उन्होंने आपां एक मुद्दा बना के सुट दिता। मैं भली भांत तुहाडे उन्हां मुद्दियां तो भी वाकफ है, मैं तुहाडा ही हां विचों कि असीं एक कमेटी जिहड़ी सब कमेटी बनाई आ, कोई 21 जुलाई नूं PTC का जिहड़ा आ वो करारनामा मुक जाना, तो सानू पता सारिਆਂ ਨੂੰ भी शुरू कदों होया सी। बीबी जी बिच बैठे आ, इन्हां दे वेले शुरू होया सी, फिर वो हौली हौली चलदा चलदा मेरे हिस्से तो कई बरियाइयां ही आ गई ना, पे क्योंकि मुद्दे ही हुण उठे जदों दी सेवादारी गुरु साहब ने बख्शिश की। पर तुसीं मेरे सिर ते हथ रखदे आ, मेरी पिठ ते हथ रखदे आ, मैं तुहाडे माण नूं यतन करदा भी वो माण उवें ही बरकरार रहे। कई मेरे च घाटां भी होणगीਆਂ, कई मैंबर मेरे नाल रुस भी जाते आ, ते कई मेरे नाल लड़दे भी आ, पर लड़ो भी रुसो भी, पर एक परिवार आ, परिवार दे जी शाम नूं इकट्ठा होकर गुरमता करदा, जिहड़ा तुसीं अज सारिਆਂ ने कीता। सो गुरु साहब किरपा करन, जे अज आपां इन्नी क होंद इन्हां दी जिहड़ी इन्हां दी आपां मूँह भन्न दित्ते, फिर मोहरे कोई यतन नहीं करूगा। नहीं तो होऊगा कि जिसले एक बारी दुश्मन बाड़ टप के घर दे विच आ बड़िया, फिर बड़ी आसानी हो जाती है उन्होंने घर दे विच फसल का नुकसान करन दी। ये पंथ की फसल आ, पहला भी आपां मता पाया, असीं सारे कानूनी दा पेच बैंस साहब ने कहा सी, असीं गवर्नर साहब नूं मिल के भी आए हैं, असीं होम मिनिस्टर साहब नूं भी टाइम उन्होंने भी जोर पा के ईमेल भेज दी आ, उन्होंने भी मिल जा रहे हैं। प्रेजिडेंट ऑफ इंडिया नूं भी यतन करांगे भी उन्होंने भी मिलीए, सारे यतन वो भी करांगे, पर एक पुरातन साडी मर्यादा सी। वो पुरातन मर्यादा सी जदों पंथ ते भीड़ पैंदी सी, सारे श्री अकाल तख्त साहब दे सन्मुख हो जाते हैं। हुण भी असीं फिर जे ना सारा पासे कोई चलिया चारा जोरी, उत्थे अमृत वेले चौंकी भर के अमृत वेले दी आसा जी दी बार तो बंदे निजमत कर लांगे। एक हलके दे विचों एक मैंबर SGPC, एक हलका इंचार्ज श्रोमणी अकाली दल दा, वो फिर बंदे निजमत करांगे, उत्थों जाया करनगे, ढोलकियां छैने खड़कदे जाणगे, पंथ की जीत
ਫਿਰ ਦੇਖਾਂਗੇ ਕਿਹੜਾ ਮੋਹਰੇ ਆਉਂਦਾ। ਪੁਰਾਤਨ ਰਵਾਇਤਾਂ ਦੇ ਉੱਤੇ ਪਹਿਰਾ ਦੇਵਾਂਗੇ ਡਟ ਕੇ, ਤੇ ਦੇਣਾ ਬਣਦਾ ਵੀ ਆ। ਜੇ ਅੱਜ ਆਪਾਂ ਇਹਨਾਂ ਗੱਲਾਂ ਤੋਂ ਕੋਤਾਹੀ ਕਰ ਗਏ ਫਿਰ ਮੇਰਾ ਖਿਆਲ ਸਾਨੂੰ ਇਹਦੇ ਨਤੀਜੇ ਵੀ ਭੁਗਤਣੇ ਪੈਣਗੇ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਮੈਂ ਨਿੱਜਲੇ ਕਦੇ ਵੀ ਨਹੀਂ ਕੋਈ ਰੱਖੀ ਗੱਲ ਮਨ ਦੇ ਵਿੱਚ, ਪਰ ਸਿਧਾਂਤਕ ਤੌਰ ਤੇ ਜਿੱਲੇ ਗੱਲ ਆਉਂਦੀ ਯਤਨ ਕਰਦੇ ਆਂ ਵੀ ਆਪਾਂ ਉਹਨਾਂ ਦੇ ਉੱਤੇ ਪੂਰਨ ਤੌਰ ਤੇ ਉਤਰੀਏ। ਸੋ ਇੱਕ ਸਬ ਕਮੇਟੀ ਜਿਹੜੀ ਸਾਡੀ ਉਹ ਤਕਰੀਬਨ 3 4 5 ਮੀਟਿੰਗਾਂ ਮੇਰੇ ਖਿਆਲ ਗਰੇਵਾਲ ਸਾਹਿਬ, ਮੰਨਣ ਸਾਹਿਬ ਆ, ਸਰਬਨ ਸਿੰਘ ਕਲਾਰ ਆ, ਮਹਿਤਾ ਸਾਹਿਬ ਆ। ਇੱਕ ਮਤ ਦਿਮਾਗ 'ਚ ਰੱਖਿਓ ਵੀ ਸ਼ਾਇਦ ਆਪਾਂ ਜੋ ਅੱਜ ਇੱਥੇ ਬੋਲ ਰਹੇ ਹਾਂ ਬਾਕੀਆਂ ਦੇ ਮਨਾਂ 'ਚ ਹੈ ਨਹੀਂ, ਸਾਰਿਆਂ ਦੇ ਮਨਾਂ 'ਚ ਹੀ ਆ। ਸਾਰੇ ਚਾਹੁੰਦੇ ਆ ਵੀ ਕਿਸ ਤਰ੍ਹਾਂ ਸਾਰਾ ਠੀਕ ਹੋਵੇ, ਪਰ ਆਪਣੇ ਸਿਸਟਮ ਦੇ ਨਾਲ ਹੁੰਦਾ ਉਹਨੇ ਬੜੀ ਇੱਕ ਜਿਹਨੂੰ ਕਹਿੰਦੇ ਨਾ ਬਾਰ ਤੇਜ਼ੀ ਨਾਲ ਅਗਾਊ ਕਰ ਦਿੱਤਾ। ਉਹ ਤੇਜ਼ੀ ਨਾਲ ਅਗਾਊ ਵਾਰ ਤਾਂ ਕੀਤਾ, ਉਹਨੂੰ ਪਤਾ ਲੱਗ ਗਿਆ ਸੀ ਇਸ ਗੱਲ ਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨਸ਼ੀਲ ਆ, ਤੇ ਉਹਨੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਪ੍ਰੈਣ ਸਾਹਿਬ ਕਹਿੰਦੇ ਸੀ ਨਾ, ਉਹਨਾਂ ਨੂੰ ਕੈਚ ਕਰਾਉਣ ਲਈ ਇੱਕਦਮ ਆਪਣੇ ਉੱਥੇ ਅਸੈਂਬਲੀ ਵਿੱਚ ਮਤਾ ਲੈ ਆਂਦਾ। ਪਰ ਭਗਵੰਤ ਮਾਨ ਜੀ, ਸਿੱਖੀ ਪਰੰਪਰਾਵਾਂ, ਸਿੱਖੀ ਰਵਾਇਤਾਂ ਜਿਹੜੀਆਂ ਤੁਸੀਂ ਹਉ 'ਚ ਭੰਗ ਕੀਤੀਆਂ, ਤੇ ਠੀਕ ਕਿਹਾ ਇੱਥੇ ਵੀ ਸਰਦਾਰ ਕੁਲਤਾਰ ਸਿੰਘ ਸੰਧਵਾਂ ਗਿਆਨੀ ਜੈਲ ਸਿੰਘ ਦੇ ਪੋਤੇ ਆ ਤੇ ਅੰਮ੍ਰਿਤਧਾਰੀ ਆ, ਤੇ ਉਹਨਾਂ ਨੂੰ ਤਾਂ ਇਦਾਂ ਦੇ ਚੋਜ ਨਹੀਂ ਸੀ ਨਾ ਸੁਣਨੇ ਚਾਹੀਦੇ ਜਿਹੜੇ ਉੱਥੇ ਮਖੌਲ ਲੜਾਏ ਗਏ। ਜਿਵੇਂ ਉੱਥੇ ਨਰਾਦਰ ਕੀਤਾ ਗਿਆ, ਸਭ ਤੋਂ ਵੱਡਾ ਨਰਾਦਰ ਗੁਰੂ ਦੀ ਜਿਹੜੀ ਸਾਬਤ ਸੂਰਤ ਦੀ ਸਾਨੂੰ ਬਖਸ਼ਿਸ਼ ਕੀਤੀ ਸੀ ਵੀ ਐਂ ਕਰ ਲੈਂਦੇ, ਮੈਨੂੰ ਤਾਂ ਐਕਟਿੰਗ ਵੀ ਨਹੀਂ ਕਰਨੀ ਆਉਂਦੀ, ਤੇ ਉਹ ਚੁੱਪ ਕਰਕੇ ਸੁਣ ਰਿਹਾ। ਤੇ ਕਿੱਥੇ ਦੱਸੋ ਮਰਿਆਦਾ ਭੰਗ ਹੋਈ? ਕਦੇ ਵੀ ਦੱਸੋ ਤੁਸੀਂ? ਸਾਰੇ ਆਪਾਂ ਇੱਕੋ ਪਰਿਵਾਰ 'ਚ ਬੈਠੇ ਆ। ਜਦੋਂ ਕੀਰਤਨ ਇੱਥੇ ਹੁੰਦਾ ਕੋਈ ਉੱਠ ਕੇ ਖੜਾ ਹੁੰਦਾ ਕੀਰਤਨੀਆਂ ਛੱਡ ਕੇ? ਇੱਥੇ ਤਾਂ ਮੋਦੀ ਸਾਹਿਬ ਵੀ ਆਏ, ਇੱਥੇ ਬੜਬੜੇ ਆਏ, ਕਦੇ ਇੱਥੇ ਦੀ ਮਰਿਆਦਾ ਲੰਘਣ ਹੋਈ ਆ? ਕਦੇ ਸੱਚਖੰਡ 'ਚ ਕੋਈ ਕੀਰਤਨੀਆਂ ਉੱਠਿਆ? ਕਦੇ ਕਿਸੇ ਪਿੰਡ 'ਚ ਕਦੇ ਕੋਈ ਕੀਰਤਨੀਆਂ ਉੱਠਿਆ ਸਤਿਕਾਰ ਲਈ? ਇਹ ਤਾਂ ਮਰਿਆਦਾ ਗੁਰੂ ਘਰ ਦੀ, ਤੇ ਤੂੰ ਉਹ ਮਰਿਆਦਾ ਸਾਨੂੰ ਉੱਥੇ ਦੱਸਣ ਦੇ ਅਸੈਂਬਲੀ ਦੇ ਵਿੱਚ। ਸੋ ਇਹਨਾਂ ਦਾ ਮੂੰਹ ਵੀ ਇਸ ਗੱਲ ਤੋਂ ਭੁੱਲਣਾ ਚਾਹੀਦਾ ਪਈ ਇੱਕ ਬੇਗੁਰੇ ਬੇਹੁਰਮਤੇ ਉਹ ਆ ਕੇ ਸਾਨੂੰ ਆਪਣੀਆਂ ਸਟੇਜਾਂ ਤੇ ਆ ਕੇ ਸਾਨੂੰ ਸਿੱਖਿਆ ਦੇਣ, ਉਹ ਵੀ ਉਸ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ। ਸੋ ਮੈਂ ਉੱਦਾਂ ਯਤਨ ਕਰਦਾ ਵੀ ਮੈਂ ਕਦੇ ਵੀ ਆਪਣੇ ਮਨ ਦੇ ਵਿੱਚ, ਕਿਉਂਕਿ ਮੇਰਾ ਹੁਣ ਸੁਭਾਅ ਪਰਮੇਸ਼ਰ ਨੇ ਬਦਲਦਾ, ਪਹਿਲਾਂ ਜਿਹਨਾਂ ਨੂੰ ਪਤਾ ਮੇਰਾ ਸੁਭਾਅ ਕਿਵੇਂ ਦੱਸ, ਪਰ ਮੈਂ ਕਦੇ ਤਿੱਖਾ ਬੋਲਣ ਤੋਂ ਗੁਰੇਜ਼ ਕਰਦਾ, ਪਰਸਨਲ ਅਟੈਕ ਕਰਨ ਤੋਂ ਗੁਰੇਜ਼ ਕਰਦਾ। ਪਰ ਜਿਲੇ ਸਿਰੋਂ ਹੀ ਪਾਣੀ ਲੰਘ ਜਾਏ ਤੇ ਫਿਰ ਤੁਸੀਂ ਕੀ ਕਰੋਗੇ? ਹੁਣ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਤੁਸੀਂ ਸਾਰਿਆਂ ਨੇ ਨਿੱਗਰ ਸੁਝਾਅ ਦਿੱਤੇ ਆ, ਮੈਂ ਕੱਲੇ ਕੱਲੇ ਦੇ 22 ਨੇਮ ਇਹ ਨੋਟ ਕੀਤੇ ਆ, ਤੇ ਅਸੀਂ ਯਤਨ ਕਰਾਂਗੇ ਕਿ ਤੁਹਾਡੇ ਜਿਹੜੇ ਇੱਥੇ ਤੁਸੀਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ, ਸਾਡੇ ਨਾਲ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਤੁਸੀਂ ਬੜੇ ਲੰਬੇ ਅਰਸੇ ਦੇ ਮੈਂਬਰ ਵੀ ਆ। ਸਵਾਲ ਵੀ ਉਦੋਂ ਉੱਠਿਆ ਸੀ ਵੀ ਲੰਬਾ ਹਾਊਸ ਹੋ ਗਿਆ। ਲੰਬਾ ਹਾਊਸ ਅਸੀਂ ਨਹੀਂ ਕੀਤਾ। ਲੰਬਾ ਹਾਊਸ ਕਾਨੂੰਨਨ ਤੌਰ ਤੇ ਸਟੇ ਲੱਗ ਗਿਆ ਸੀ ਸੁਪਰੀਮ ਕੋਰਟ 'ਚੋਂ, 5 ਸਾਲ ਦਾ ਹਾਊਸ 'ਚ ਨਹੀਂ ਚੱਲਿਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਫਿਰ ਕਹਿੰਦੇ ਜੀ ਆ ਮੈਨੂੰ ਲਿਖ ਕੇ ਆਇਆ ਵੀ ਸ਼੍ਰੋਮਣੀ ਕਮੇਟੀ ਚੋਣਾਂ ਕਰਾਵੇ। ਚੋਣਾਂ ਕਰਵਾਉਣ ਵਾਲੇ ਤਾਂ ਕਰਵਾਉਂਦੇ, ਉਹਨੇ ਕਿਹਾ ਵੀ ਵੋਟਾਂ ਬਣਾਓ। ਸ਼੍ਰੋਮਣੀ ਕਮੇਟੀ ਨੇ ਥੋੜ੍ਹਾ ਚੋਣਾਂ ਕਰਾਉਣੀਆਂ, ਉਹਦਾ ਇੱਕ ਉੱਥੇ ਕਮਿਸ਼ਨ ਬਣਿਆ ਜਿਹੜਾ SGPC ਦਾ ਇਲੈਕਸ਼ਨ ਕਮਿਸ਼ਨ, ਉਹ ਚੋਣਾਂ ਕਰਾਉਂਦਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਏਕੇ ਦੇ ਵਿੱਚੇ ਬਾਲਿਆ ਆ ਸਤਿਗੁਰੂ ਜੀ ਦੀ ਚਰਨ ਸ਼ਰਨ 'ਚ ਬੈਠੇ ਮੈਂ ਧੰਨਵਾਦ ਕਰਦਾ ਗਿਆਨੀ ਸੁਲਤਾਨ ਸਿੰਘ ਹੋਣਾ ਦਾ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਰਪਾ ਕਰਕੇ ਛੋਟੀ ਉਮਰ ਦੇ ਵਿੱਚ ਵੱਡੀ ਸੇਵਾ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਦੀ ਬਖਸ਼ਿਸ਼ ਕੀਤੀ। ਮੈਂ ਕੱਲ ਵੀ ਕਿਹਾ ਸੀ ਕਿ ਦੋਏ ਸਿੰਘ ਸਹਿਬਾਨ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਇਹ ਦੋਏ ਜਿਹੜੀਆਂ ਸਾਡੇ ਕੋਲ ਸ਼ਖਸੀਅਤਾਂ ਆ, ਇਹਨੇ 5 ਪਿਆਰਿਆਂ 'ਚ ਵੀ ਵੱਡੀ ਸੇਵਾ ਕੀਤੀ। ਤੇ ਮੈਂ ਆਸ ਵੀ ਰੱਖਦਾ ਇਹ ਅੱਜ ਯਤਨ ਕਰਨ ਦੀ ਲੋੜ ਆ ਸਾਨੂੰ ਮੈਂਬਰਾਂ ਨੂੰ ਵੀ। ਅੱਜ ਆਪਾਂ ਇਹ ਯਤਨ ਕਰੀਏ ਕਿ ਜਿਹੜੇ ਲੋਕ ਤੰਜਾਂਜਲੀਆਂ ਦੇ ਰਹੇ ਆ ਉਹ ਆਪਾਂ ਖੰਡੇ ਬਾਟੇ ਦੀ ਪੌਲ, ਗੁਰੂ ਸਾਹਿਬ ਕਿਰਪਾ ਕਰਨ ਆਪਾਂ ਵੀ ਚੰਦਰ ਕਰੀਏ, ਸਿੰਘ ਸਾਹਿਬ ਵੀ ਇਹਦੇ ਵਿੱਚ ਹਿੱਸਾ ਪਾਉਣ, ਤੇ ਆਪਾਂ ਕੌਮ ਦੀ ਸਿਹਤ ਤੇ ਬੇਦ ਕਰੀਏ। ਕਿਉਂਕਿ ਕਦੇ ਵੀ ਜਿੱਥੇ ਬੰਦੇ ਸਾਰਥਕ ਤੌਰ ਤੇ ਇੱਕ ਸੁਰਤਾ ਵਾਲੇ ਕਰੈਕਟਰ ਵਾਈ ਵਧੀਆ ਹੋਣ, ਉਹਨਾਂ ਦੇ ਵੀ ਝਗੜੇ ਹੁੰਦੇ ਆ, ਪਰ ਗੁਰੂ ਦੇ ਸਨਮੁਖ ਆ ਕੇ ਸਾਰੇ ਝਗੜੇ ਮੁੱਕ ਜਾਂਦੇ ਆ। ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਹੋਈਏ, ਉੱਥੋਂ ਜੋ ਵੀ ਹੁਕਮ ਹਕੂਮ, ਕਿਉਂਕਿ ਆਪਾਂ ਚਾਹੁੰਦੇ ਵੀ ਨਹੀਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹਰ ਇੱਕ ਕਾਰਜ ਦੇ ਵਿੱਚ ਮੋਹਰੇ ਰੱਖਿਆ ਜਾਵੇ।
ਤੁਹਾਡੇ ਤੁਸੀਂ ਆਪ ਦੋ ਜਥੇਬੰਦੀਆਂ ਤਕੜੀਆਂ ਆ, ਤੁਸੀਂ ਦੋਨੋਂ ਜਥੇਬੰਦੀਆਂ ਸਮਰਾਥੇ ਆ ਇਸ ਗੱਲ ਦੇ ਕਿ ਦੋਏ ਜਥੇਬੰਦੀਆਂ ਅੱਜ ਸਮੇਂ ਅਨੁਸਾਰ ਤੁਸੀਂ ਸਾਰਾ ਟਾਕਰਾ ਕਰ ਸਕਦੇ ਆ। ਮੈਂ ਪਹਿਲਾਂ ਵੀ ਕਿਹਾ ਸੀ ਕਿ ਅੱਜ ਇੱਕ ਸਾਨੂੰ ਕਿਹਾ ਜਾਂਦਾ, ਉਹ ਟਵੀਟ ਕੀਤਾ ਗਿਆ ਵੀ ਮਾਡਰਨ ਮਸੰਦ, ਤੇ ਮਾਡਰਨ ਮਸੰਦ ਕੌਣ ਆ? ਜਿਹੜੇ ਗੁਰੂ ਤੋਂ ਬੇਮੁਖ ਆ। ਇਹ ਤਾਂ ਕਹਿਣ ਨਾਲ ਤਾਂ ਨਹੀਂ ਨਾ ਡੈਫੀਨੇਸ਼ਨ ਬਦਲ ਜਾਣੀ। ਕਿਸੇ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਸਜਾਏ ਸੀ, ਗੁਰੂ ਘਰਾਂ ਦੀ ਮਰਿਆਦਾ ਤੇ ਪਹਿਰਾ ਦਿੰਦੇ ਸੀ, ਗੁਰੂ ਘਰ ਦੀ ਸੇਵਾ ਕਰਦੇ ਸੀ। ਤੇ ਜਿਹੜੇ ਮਾਡਰਨ ਪਸੰਦ ਆ ਉਹ ਹੁਣ ਤੁਸੀਂ ਆ ਨਾ ਸਿੰਘ ਲਾਉਂਦੇ ਨਾਲ ਤੇ ਨਾ ਕੋਈ ਹੋਰ ਲਾਉਂਦੇ ਆ। ਤੇ ਫਿਰ ਇਦਾਂ ਦੀਆਂ ਗੱਲਾਂ ਹੁਣ ਸਾਨੂੰ ਨਾ ਸਿਖਾ ਲਓ। ਗੁਰੂ ਸਾਹਿਬ ਕਿਰਪਾ ਕਰਨ। ਇੱਕ ਮੈਂ ਅੰਤ ਦੇ ਵਿੱਚ ਹੋਰ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਯਤਨਸ਼ੀਲ ਰਹੇ ਆ ਵੀ ਬੰਦੀ ਸਿੰਘ ਜਿਹੜੇ ਦੋ ਉਹਨਾਂ ਨੂੰ ਵਿਚਾਰਿਆਂ ਨੂੰ ਪਰਮਾਨੈਂਟ ਹੁਣ ਪਰੋਲ ਹਾਲੇ ਮਿਲੀ ਆ, ਉਹ ਕਹਿੰਦੇ ਜੀ ਕੰਸੈਂਟ ਬੇਲ ਆ। ਅਸੀਂ ਜਿੱਦਣ ਮਿਲੇ ਸੀ ਗਵਰਨਰ ਸਾਹਿਬ ਨੂੰ ਉਦੋਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਸਾਨੂੰ ਇੱਕ ਸਮਾਂ ਹੋਰ ਵੀ ਦਿਓ। ਸਾਡੇ 26 ਲੱਖ ਸਿਗਨੇਚਰ ਇਹਨਾਂ ਨੇ ਉਹ ਪੈਨ ਡਰਾਈਵ ਦੇ ਵਿੱਚ ਮੇਰਾ ਖਿਆਲ ਹਰਭਜਨ ਸਿੰਘ ਦੱਸ ਸਕਦਾ, ਉਹ ਕਰ ਲਏ ਆ ਕਲੈਕਟ, ਤੇ ਉਹ ਅਸੀਂ ਉਹਨਾਂ ਦੇ ਸਪੁਰਦ ਵੀ ਕਰਨੇ ਆ। ਤੇ ਮੈਂ ਅੰਤ ਦੇ ਵਿੱਚ ਇੱਕ ਪੁੱਛਣਾ ਚਾਹੁੰਦਾ ਸਵਾਲ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਿ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੇ, ਬਿਲਕੁਲ ਠੀਕ ਹੈ ਤੁਹਾਡੀ, ਮੈਂ ਇਹਨੂੰ ਰੂਲ ਆਊਟ ਨਹੀਂ ਕਰਦਾ, ਮੈਂ ਖਿੜੇ ਮੱਤੇ ਪ੍ਰਵਾਨ ਕਰਦਾ। ਸਿੰਘ ਸਾਹਿਬ ਨੇ ਆਦੇਸ਼ ਕੀਤਾ ਸੀ, ਜੋ ਆਦੇਸ਼ ਕੀਤਾ ਅਸੀਂ ਉਹਨੂੰ ਉੱਦਾਂ ਨਹੀਂ ਮੰਨਣ ਨੂੰ, ਗੁਰੂ ਸਾਹਿਬ ਕਿਰਪਾ ਕਰਨ ਸਮਾਂ ਆ ਜਾਊਗਾ। ਪਰ ਇੱਕ ਆਦੇਸ਼ ਇਹਨਾਂ ਨੂੰ ਵੀ, ਸਰਕਾਰ ਨੂੰ ਵੀ ਉਦੋਂ ਧਮਕੀ ਦੇ ਰੂਪ ਦੇ ਚ ਨਹੀਂਗੇ, ਇੱਕ ਅਪੀਲ ਕੀਤੀ ਸੀ ਕਿ ਜਿਹੜੇ ਡਿਬਰੂਗੜ੍ਹ ਦੇ ਜਿਨ੍ਹਾਂ ਦਾ ਤਾਂ ਕੋਈ ਵਾਸਤਾ ਹੈਗਾ ਉਹ ਤਾਂ ਰੱਖ ਲਓ ਤੇ ਬੇਕਸੂਰਿਆਂ ਨੂੰ ਤਾਂ ਛਡਾਓ ਨਾ। ਆਹ 27 ਇੱਥੇ ਜੇਲ੍ਹ ਦੇ ਵਿੱਚ ਵਿਚਾਰੇ ਬੈਠੇ ਆ ਜਿਨ੍ਹਾਂ ਦਾ ਨਾਮ ਮਾਤਰ 5-4 ਦੇ ਤਾਂ ਕਿਤੇ ਮੋਬਾਈਲ ਵੀ ਉਹਨਾਂ ਦੀਆਂ ਜਿਹੜੀਆਂ ਉਹ ਕੀ ਕਹਿੰਦੇ ਹੁੰਦੇ ਆ ਵੀ ਕਿੱਥੇ ਹੈਗਾ ਘੁੰਮਦਾ, ਉਹ ਉਹਨਾਂ ਦੀਆਂ ਟਰੇਸ ਵੀ ਹੋ ਗਈਆਂ ਵੀ ਉਹ ਤਾਂ ਬਾਹਰ ਹੀ ਸੀ, ਕਿਤੇ ਸੀਗੇ ਵੀ ਨਹੀਂ। ਸੋ ਉਹਨਾਂ ਵੱਲ ਵੀ ਧਿਆਨ ਦਈਏ। ਆਪਣੀਆਂ ਸਫਲਤਾਵਾਂ ਲੁਕਾਉਣ ਲਈ, ਸਿੱਖ ਪੰਥ ਤੇ ਸਿੱਧੇ ਹਮਲੇ ਕਰਨ ਨੂੰ ਲੁਕਾਉਣ ਲਈ ਇਦਾਂ ਦੀਆਂ ਜਜ਼ਬਾਤੀ ਖੇਡਾਂ ਨਾ ਖੇਡੋ। ਪੰਥ ਸੁਚੇਤ ਆ ਤੇ ਪੰਥ ਹਮੇਸ਼ਾ ਹੀ ਸੁਚੇਤ ਰਹੂਗਾ। ਅੰਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਗੁਰੂ ਸਾਹਿਬ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਜਿੱਥੇ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਿ ਤੁਸੀਂ ਸਾਰਿਆਂ ਨੇ ਇੱਕ ਸੁਰਤਾ ਤੇ ਸਹੀ ਪਾਈ। ਉੱਥੇ ਸਿੰਘ ਸਾਹਿਬਾਨ ਦੋਨੋਂ ਦਾ ਇਹ ਵੀ ਸਿੰਘ ਸਾਹਿਬ ਨੇ ਆਪ ਅਰਦਾਸ ਕੀਤੀ ਤੇ ਹੁਣ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਵਿਦਾਇਗੀ ਲੈਣੀ ਹੈ, ਇਹ ਵੀ ਕੁਛ ਦੀ ਗੱਲ ਆ। ਦੂਸਰੇ ਸਿੰਘ ਸਾਹਿਬ ਦੀ 3 ਵਜੇ ਡਿਊਟੀ ਤੇ ਬਹਿਣਾ ਸੀ, ਉਹਨਾਂ ਨੇ ਤਾਂ ਛੁੱਟੀ ਲੈ ਲਈ ਸੀ। ਭਾ ਮਹਿੰਦਰ ਸਿੰਘ ਹਸੈਨਪੁਰ, ਮੇਰਾ ਤਾਵਲਾ ਸੀ ਬੋਲਣ ਨੂੰ, ਕੋਈ ਨਹੀਂ, ਅੱਜ ਕੁਛ ਸਮਾਂ ਇਦਾਂ ਦਾ ਬਣ ਗਿਆ, ਤੁਹਾਡੇ ਵਿੱਚ ਹੀ ਸਾਰਾ ਕੁਝ ਹੋਇਆ। ਸੋ ਇੱਕ ਬਹਿ ਲਓ, ਫਿਰ ਮੈਂ ਬਾਅਦ ਚ ਕਰਨ। ਉਹ ਆਪਾਂ ਦੋਏ ਭਰਾ ਕਰ ਲੈਨੇ ਬਹਿ ਕੇ, ਆਪਾਂ ਦੋਏ ਭਰਾ ਬਹਿ ਕੇ। ਹਾਂ ਬਿਲਕੁਲ ਠੀਕ ਆ, ਇਹ ਬਿਲਕੁਲ ਠੀਕ ਆ। ਬਹੁਤ ਚਿਰਾਂ ਦੇ ਸੁਝਾਅ ਆਉਂਦੇ ਸੀ ਤਾਂ ਮੇਰੇ ਭਾ ਨੇ ਪ੍ਰੈਣ ਨੇ ਕਿਹਾ ਸੀ ਵੀ ਏਜੰਡਾ ਦਾ ਆਗੂ ਦੱਸਿਆ ਕਰੋ, ਕੋਈ ਨਹੀਂ ਯਤਨ ਕਰਾਂਗੇ ਆਪਾਂ ਵੀ ਜਿੱਥੇ ਜਿੱਥੇ ਕੋਈ ਖਰਾਮੀਆਂ ਸਾਡੀਆਂ ਹੈਗੀਆਂ। ਸੋ ਅੰਤ ਦੇ ਵਿੱਚ ਤੁਹਾਡਾ ਸਾਰੇ ਮੈਂਬਰ ਸਹਿਬਾਨਾਂ ਦਾ, ਅਹੁਦੇਦਾਰ ਸਹਿਬਾਨਾਂ ਦਾ ਤੇ ਚਿੱਚੇ ਤੌਰ ਤੇ ਸਾਬਕਾ ਪ੍ਰਧਾਨ ਤੇ ਸਾਰੇ ਐਗਜ਼ੈਕਟਿਵ ਦੇ ਤੇ ਸਾਡੀਆਂ ਸਤਿਕਾਰਯੋਗ ਭੈਣਾਂ ਪਹੁੰਚੀਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਨੰਦ ਸਾਹਿਬ ਦਾ ਪਾਠ ਉਪਰੰਤ ਅਰਦਾਸ ਹੁਕਮਨਾਮਾ ਲੈ ਕੇ ਗੁਰੂ ਕੀ ਦੇਗ ਲੈ ਕੇ ਫਿਰ ਸਾਰਿਆਂ ਨੇ ਜਾਣਾ। ਚੰਗੇ ਸੁਝਾਅ ਦਿਓਗੇ, ਗੁਰੂ ਸਾਹਿਬ ਕਿਰਪਾ ਕਰਨ। ਹਾਲੇ ਤੱਕ ਅੰਦਰ ਉਹਨਾਂ ਕੁ ਹੈ ਨਹੀਂ ਜਿੱਦਾਂ ਫਿਰ ਚੋਗਾ ਸਾਹਿਬ ਨੇ ਕਹਿਣਾ ਜਿਨ੍ਹਾਂ ਅੰਦਰ ਵਰਤੇ ਕੂੜ, ਕਿਉਂਕਿ ਮੈਂ ਤਾਂ ਆਪਣੇ ਅੰਦਰ ਕੂੜ ਹੀ ਸਮਝਦਾ। ਮੈਂ ਤਾਂ ਤੁਹਾਡੇ ਕੋਲੋਂ ਸਿੱਖਿਆ ਲੈ ਕੇ ਕਿਤੇ ਸੱਚ ਪ੍ਰਗਟ ਕਰ ਦੇਣ ਗੁਰੂ ਸਾਹਿਬ ਤੇ ਤੁਹਾਡਾ ਧੰਨਵਾਦੀ ਹੋ ਜਾਊਗਾ। ਸੋ ਗੁਰੂ ਸਾਹਿਬ ਕਿਰਪਾ ਕਰਨ। ਆਨੰਦ ਸਾਹਿਬ ਦਾ ਪਾਠ ਉਪਰੰਤ ਫਿਰ ਆਪਾਂ ਬਰਦਾਸ ਬੇਨਤੀ ਹੁਕਮਨਾਮਾ। ਸੋ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨੀਆਂ ਦੇ ਉੱਤੇ ਅਟੈਕ ਕਰੇ ਜਿਹੜਾ ਕੀਰਤਨ ਸਾਡਾ ਵਿਰਸਾ, ਜੋ ਗੁਰੂ ਸਾਹਿਬ ਨੇ ਸਾਨੂੰ ਵਿਰਸਾ ਦਿੱਤਾ, ਕਿਉਂਕਿ ਕੀਰਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪ ਕੀਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਕੀਰਤਨ ਦੀ ਇਹ ਮਰਿਆਦਾ ਸ਼ੁਰੂ ਹੋਈ ਤੇ ਜਿਹਨੂੰ ਸਭ ਤੋਂ ਸਿੱਖੀ ਦੇ ਵਿੱਚ ਬਹੁਤ ਹੀ ਵੱਡਾ ਸਰੋਤਾ ਬਣ ਕੇ ਸਾਰਾ ਸੰਸਾਰ ਸੁਣਦਾ ਹੈ। ਸੋ
ਇਹ ਭਗਵੰਤ ਮਾਨ ਦੀ ਕੀ ਔਕਾਤ ਆ? ਭਗਵੰਤ ਮਾਨ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰ ਰਹੇ ਹਜ਼ੂਰੀ ਰਾਗੀ ਜੱਥਿਆਂ ਬਾਰੇ ਕਹੇ ਕਿ ਜਦੋਂ ਕੋਈ ਪਰਿਵਾਰ ਆ ਜਾਂਦਾ ਉੱਠ ਕੇ ਖੜੇ ਹੋ ਜਾਂਦੇ ਨੇ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ, ਕਿਉਂਕਿ ਰਾਗੀ ਢਾਡੀ ਕਵੀਸ਼ਰ, ਕਿਉਂਕਿ ਦਾਸ ਨੂੰ ਵੀ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ, ਕਿਉਂਕਿ ਇਸ ਹਾਊਸ ਦੇ ਵਿੱਚ ਇੱਕੋ ਇੱਕ ਢਾਡੀ ਹੈ ਇਸ ਵੇਲੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਉਹ ਤੁਹਾਡਾ ਭਰਾ ਜੋ ਨੁਮਾਇੰਦਗੀ ਕਰ ਰਿਹਾ ਢਾਡੀ ਜਗਤ ਦੀ। ਸੋ ਸਾਰਾ ਜੀਵਨ ਮੈਂ ਦੁਆਬੇ ਦੀਆਂ ਸਟੇਜਾਂ ਤੇ ਬੋਲਿਆ, ਜਿਵੇਂ ਪ੍ਰਧਾਨ ਜੀ ਨੇ ਕਿਹਾ ਵੀ ਇਹ ਤਾਂ ਬੋਲ ਸਕਦੇ ਨੇ 2-2 2.5 ਘੰਟੇ, ਕਵੀਸ਼ਰ ਜੱਥੇ ਵੀ ਬੋਲਦੇ ਨੇ, ਢਾਡੀ ਜੱਥੇ ਵੀ ਬੋਲਦੇ ਨੇ, ਕਿਉਂਕਿ ਤਿੰਨੇ ਹੀ ਸਾਡੀਆਂ ਸ਼ੈਲੀਆਂ ਨੇ। ਇਹ ਵਿਰਾਸਤ ਹੈ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਬਖਸ਼ੀ, ਅਸੀਂ ਇਹਨਾਂ ਦੇ ਸਰੋਤੇ ਹਾਂ। ਤੇ ਦੱਸੋ, ਸੰਗਤ ਵੀ ਬੈਠੀ ਆ, ਮੈਂਬਰ ਸਾਹਿਬ ਬਹੁਤ ਸਿਆਣੇ ਬੈਠੇ ਨੇ, ਤੇ ਕਿਤੇ ਕਿਸੇ ਨੇ ਦੇਖਿਆ ਬਈ ਕਿਤੇ ਕੋਈ ਵਿਅਕਤੀ ਆ ਗਿਆ ਹੋਵੇ